बड़े लोग धर्म का बाणा पा के धर्म ਨੂੰ ਵੇਚ ਜਾਂਦੇ ਨੇ, ਧਰਮ ਨੂੰ ਖਾ ਜਾਂਦੇ ਨੇ। ਉਹਨਾਂ ਲੋਕਾਂ ਤੇ ਇਲਜ਼ਾਮ ਲੱਗਦੇ ਰਹਿੰਦੇ ਨੇ। ਅਕਸਰ ਹੀ ਬਹੁਤ ਸਾਰੇ ਲੋਕ ਅਜਿਹੇ ਬਾਬੇ ਵੀ ਹੁੰਦੇ ਨੇ ਜਿਹੜੇ ਤਾਕਤ ਦਾ ਫਾਇਦਾ ਚੱਕ ਕੇ ਆਪਣੇ ਉੱਤੇ ਲੱਗੇ ਇਲਜ਼ਾਮ ਸਾਬਤ ਨਹੀਂ ਹੋਣ ਦਿੰਦੇ। ਤੁਹਾਡੇ ਨਾਲ ਵੀ ਅੱਜ ਤੋਂ 15-20 ਸਾਲ ਪਹਿਲਾਂ ਅਜਿਹਾ ਕੁਝ ਹੋਇਆ। ਉਹ ਕੀ ਘਟਨਾ ਹੈ? ਗੁਰਿੰਦਰਪਾਲ ਸਿੰਘ ਬੰਟੀ ਉਹਨਾਂ ਦੇ ਪਰਿਵਾਰ ਦੇ ਨਾਲ ਧੋਖਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜਾਂ ਉਹਨਾਂ ਨੇ ਸਿੱਖੀ ਭੇਸ ਦੇ ਵਿੱਚ ਤੁਹਾਡੇ ਨਾਲ ਧੋਖਾ ਕੀਤਾ ਬਹੁਤ ਵੱਡਾ, ਉਹ ਧੋਖਾ ਕੀ? ਧੋਖਾ ਜੀ, ਅਸੀਂ ਕਣਕ ਝੋਨਾ ਵੀ ਵੇਚਦੇ ਹੁੰਦੇ ਸੀਗੇ। ਇਹਨਾਂ ਦੀ ਆੜਤ ਦੀ ਦੁਕਾਨ ਸੀ। ਉਸ ਤੋਂ ਬਾਅਦ ਇਹਨਾਂ ਨੇ ਹੌਲੀ ਹੌਲੀ ਸਾਤੋਂ ਪੈਸੇ ਰੱਖਣੇ ਸ਼ੁਰੂ ਕਰਤੇ ਵੀ ਸਾਨੂੰ ਆ ਛੱਡ ਜਾਓ, ਤੁਸੀਂ ਤੁਹਾਨੂੰ ਵਿਆਜ ਦੇਵਾਂਗੇ, ਜੇ ਕਰਾਂਗੇ ਉਹ ਕਰਾਂਗੇ। ਉਹ ਵੱਧਦੇ ਜੀ 10-12 ਸਾਲ ਇਹਨਾਂ ਦੇ ਅਸੀਂ ਕਣਕ ਝੋਨਾ ਸਿੱਟਿਆ। ਉਸ ਤੋਂ ਬਾਅਦ ਸਾਡਾ ਜੀ ਰੁਪਈਆ 5.5 ਲੱਖ ਰੁਪਈਆ ਇਹਨਾਂ ਕੰਨੀ ਹੋ ਗਿਆ। ਅਤੇ ਸਾਡੇ ਜੀ ਦੂਜੀਆਂ ਹੁੰਡੀਆਂ ਬਣਾਈਆਂ ਹੋਈਆਂ ਸਨ। ਹੁੰਡੀਆਂ ਤੋਂ ਇਹਨਾਂ ਨੇ ਜਦੋਂ ਇਹ ਬਾਹਰ ਨੂੰ ਜਾਣ ਲੱਗਿਆ ਬੰਟੀ, ਇਹਨਾਂ ਨੇ ਗੁਰਵਿੰਦਰ ਸਿੰਘ ਬੰਟੀ, ਅਤੇ ਇਹਨਾਂ ਨੇ ਜੀ ਸਾਨੂੰ ਪ੍ਰਨੋਟ ਕਰਵਾਤਾ। ਆਮ ਕਿਸਾਨ ਕਰਦੇ ਨੇ ਕਿ ਆੜਤੀਆਂ ਤੋਂ ਪੈਸੇ ਆਪਾਂ ਵਿਆਜ 'ਤੇ ਵੀ ਲੈ ਲੈਂਦੇ ਹਾਂ, ਜੇ ਪੈਸੇ ਵੱਧ ਜਾਂਦੇ ਨੇ ਆੜਤੀ ਕੋਈ ਛੱਡ ਆਉਂਦੇ ਆ ਕਿ ਵਿਆਜ ਮਿਲ ਜੂਗਾ, ਤਾਂ ਤੁਸੀਂ ਇਸ ਢੰਗ ਦੇ ਨਾਲ ਇਹਨਾਂ ਕੋਲ ਪੈਸੇ ਛੱਡਦੇ? ਇਸ ਤਰ੍ਹਾਂ ਦੇ ਅਸੀਂ ਛੱਡਦੇ ਰਹੇ ਜੀ। ਉਹ ਵੱਧ ਕੇ 5.5 ਲੱਖ ਰੁਪਈਆ ਹੋ ਗਿਆ, ਅਤੇ 4 ਲੱਖ ਰੁਪਈਆ ਮੇਰਾ ਸੀ ਜੀ, 1.5 ਲੱਖ ਰੁਪਈਆ ਮੇਰੇ ਲੜਕੇ ਦਾ ਸੀ ਜੀ। ਸਾਨੂੰ ਇਹਨਾਂ ਨੇ ਜੀ ਐਂ ਵੜਿਆ ਵੜੂ ਕੇ ਪ੍ਰਨੋਟ ਕਰਾਤਾ। ਪ੍ਰਨੋਟ ਕਰਾਏ ਤੋਂ ਮਗਰੋਂ ਇਹਨਾਂ ਨੇ ਜੀ ਸਾਨੂੰ ਫੇਰ ਨਹੀਂ ਪੈਸੇ ਦਿੱਤੇ। ਜਦ ਸਾਨੂੰ ਫੇਰ ਨਾ ਪੈਸੇ ਦਿੱਤੇ ਜੀ, ਅਸੀਂ ਹੌਲੀ ਹੌਲੀ ਰੋਜ਼ ਜਾਣਾ। ਅਤੇ ਇਹਨਾਂ ਨੇ ਪਰਸੋਂ ਨੂੰ, ਚੌਥੇ ਨੂੰ, 5ਵੇਂ ਨੂੰ, 10ਵੇਂ ਨੂੰ, ਅਸੀਂ 8-7 ਦਿਨਾਂ ਦੇ ਤੁਹਾਨੂੰ ਦਿੰਦੇ ਹਾਂ। ਐਂ ਲਾਰੇ ਲੱਪੇ ਲਾ ਕੇ ਅਤੇ ਸਾਨੂੰ ਇਹਨਾਂ ਨੇ ਨਾਂ 'ਤੇ ਫਿਰ ਇਹ ਸਾਰਾ ਹਲਕਾ ਇਕੱਠਾ ਹੋਇਆ। ਫਿਰ ਅਸੀਂ ਜੀ ਇਹਨਾਂ ਨੇ ਉਹਦੇ 'ਤੇ ਪਰਚਾ ਹੋ ਗਿਆ ਜੀ। ਉਸ ਤੋਂ ਬਾਅਦ ਜੀ ਇਹਨਾਂ 'ਤੇ ਪਰਚਾ ਹੋਣ ਤੋਂ ਮਗਰੋਂ ਜੀ ਇਹ ਫਿਰ ਗੁਰਭਾਗ ਸਿੰਘ ਫੜ ਕੇ ਜੇਲ੍ਹ 'ਚ ਵੀ ਗਿਆ ਜੀ। ਜੇਲ੍ਹ ਤੋਂ ਮਗਰੋਂ ਅਤੇ ਇਹਨਾਂ ਦੀ ਜ਼ਮਾਨਤ ਹੋ ਗਈ, ਅਤੇ ਫਿਰ ਇਹ ਸਾਡੇ ਨਾਲ ਕੇਸ ਚੱਲਦਾ ਰਿਹਾ। 40% ਦਾ ਪੈਸੇ ਕਹਿੰਦਾ ਮੈਂ ਤੁਹਾਨੂੰ ਦੇ ਦਿੰਦਾ, ਬਾਕੀ ਦੇ ਪੈਸੇ ਤੁਹਾਨੂੰ ਮੈਂ ਜੇ ਮੇਰਾ ਕੰਮ ਚੱਲ ਪਿਆ ਬਾਹਰ ਜਾ ਕੇ ਦੇਊਂਗਾ। ਅਤੇ ਮੈਂ ਬਾਹਰ, ਮੇਰਾ ਲੜਕਾ ਅੱਗੇ ਚਲਿਆ ਗਿਆ, ਅਤੇ ਮੈਂ ਦੂਜਾ ਬਾਹਰ ਜਾ ਕੇ ਤੁਹਾਡੇ ਪੈਸੇ ਸਮਾਪਤ ਕਰ ਦੂੰਗਾ। ਸਵਰਨ ਸਿੰਘ ਸਰਪੰਚ ਵੀ ਕੋਲੇ ਸੀਗਾ ਜੀ, ਅਤੇ ਉਹਨਾਂ ਨਾਲ ਕਰਕੇ ਇਹਨਾਂ ਨੇ ਸਾਡਾ ਸਮਝੌਤਾ ਜਾਂ ਇਹਨੇ ਕਹਿ ਕੇ ਕਰਵਾਤਾ ਵੀ ਤੁਹਾਨੂੰ 40 ਦੇ ਦਿੰਦੇ ਹਾਂ, 60 ਤੁਹਾਨੂੰ ਬਾਅਦ 'ਚ ਦੇ ਦਿਆਂਗੇ। ਅਜੇ ਤੱਕ ਸਾਨੂੰ ਕੁਛ ਨਹੀਂ ਦਿੱਤਾ ਜੀ। ਅਤੇ ਇਹ ਪ੍ਰਨੋਟ ਹੈ ਜਿਹੜਾ, ਇਹ ਕਿੰਨੇ ਕੁ ਚਿਰ ਤੱਕ ਲੀਗਲ ਹੁੰਦਾ, ਕਿੰਨੇ ਕੁ ਚਿਰ ਤੱਕ ਇਹਦੀ ਮਾਨਤਾ? ਸਾਡੇ ਨਾਲ ਲਾਰੇ ਲਾ ਕੇ ਇਹਨਾਂ ਨੇ 3 ਸਾਲ ਨਿਗਾਹਤੇ। ਜਦੋਂ ਅਸੀਂ ਜਾ ਕੇ ਦਿਖਾ ਲਿਆ, ਉਹ ਕਹਿੰਦੇ ਵੀ ਹੁਣ ਤਾਂ ਇਹਨਾਂ ਦੀ ਬੁਨਿਆਦ ਨਹੀਂ ਗੀ। ਅਸੀਂ ਜੀ ਫਿਰ ਦੂਜਾ ਪੁਲਿਸ ਵਾਲਿਆਂ ਨਾਲ ਅਤੇ ਬਾਹਰ ਅਫਸਰਾਂ ਨਾਲ ਮਿਲਾਪ ਬਣਾ ਕੇ ਜੀ ਫਿਰ ਇਹਨਾਂ 'ਤੇ ਕੇਸ 420 ਦਾ ਕਰਾਇਆ ਜੀ। ਉਹ ਤਾਂ ਧਰਮ ਪ੍ਰਚਾਰਕ ਨੇ, ਧਰਮ ਦਾ ਕੰਮ ਕਰਦੇ ਨੇ, ਬਾਬੇ ਨੇ, ਲੋਕਾਂ ਨੂੰ ਸਿੱਧੇ ਰਾਹ 'ਤੇ। ਇੱਥੇ ਆ ਕੇ ਸਾਨੂੰ ਦੱਸੇ ਜੀ ਵੀ ਇਹ ਬਾਬਾ ਕਿੱਥੋਂ ਦਾ ਆ ਗਿਆ ਜੀ। ਇਹ ਇੱਥੇ ਤਾਂ ਇਹ ਦੂਜਾ ਗੰਦ ਖਿਲਾਰਦਾ ਗਿਆ ਵਾ, ਲੋਕਾਂ ਦੇ ਪੈਸੇ ਦਬੇ ਜੀ। ਇਹਨਾਂ ਨੇ ਕਿਤੇ ਕਮ ਸੇ ਕਮ 1.5-2 ਕਰੋੜ ਰੁਪਈਆ ਦੱਬ ਕੇ ਇੱਥੋਂ ਭੱਜ ਗਏ ਆ ਜੀ ਇਹ। ਬਾਬਾ ਜੀ, ਤੁਹਾਡੇ ਨਾਲ ਕੀ ਘਟਨਾ ਵਾਪਰਦੀ ਹੈ? ਗੁਰਵਿੰਦਰ ਸਿੰਘ ਬੰਟੀ ਬਰਾੜ ਹੋਰਾਂ ਨਾਲ ਤੁਸੀਂ ਜੁੜਦੇ ਕਿਵੇਂ ਹੋ? ਤੁਹਾਡੇ ਨਾਲ ਕੀ ਧੋਖਾ? ਤੇ ਗੱਲ ਕੀ ਸੀ, ਜੈਪੁਰ ਰਹਿੰਦੇ ਸੀ, ਟਰੱਕ ਚਲਾਉਂਦੇ ਸੀ, ਉੱਥੇ ਸਾਡੀ ਕੋਠੀ ਸੀ। ਉਹ ਜਦੋਂ ਵੇਚੀ ਤੇ ਪੈਸੇ ਕੋਲੇ ਸੀਗੇ, ਫਿਰ ਇਹਨਾਂ ਨੇ ਨਾ ਰਹਿ ਕਰਕੇ ਇਹਦੇ ਰੁਪਏ 2 ਲੱਖ ਰੱਖਤਾ ਸੀਗਾ ਵਿਆਜ 'ਤੇ। ਹਾਂਜੀ, ਵਿਆਜ 'ਤੇ ਰੱਖਤਾ ਸੀਗਾ। 98 ਸਾਲ ਦੇ ਵਿੱਚ ਹੀ ਪੈਸੇ ਰੱਖੇ ਜਿਹਦੇ ਕੋਲ, ਉਦੋਂ ਪੈਸੇ ਰੱਖੇ ਸੀ। ਅਤੇ ਮੁੜ ਕੇ ਮੈਨੂੰ ਪਤਾ ਵੀ ਮਿੱਠੇ ਬਹੁਤ ਆ ਜੀ, ਇਹ ਉੱਪਰੋਂ ਹੋਰ ਆ, ਵਿੱਚੋਂ ਹੋਰ ਆ। ਜਦੋਂ ਇਹਨਾਂ ਕੋਲ ਪੈਸੇ ਪੁੱਛਣੇ, ਤੁਹਾਨੂੰ ਦੇ ਦਾਂਗੇ, ਘਰ ਦੀ ਗੱਲ ਐ ਭਲਾ ਤਾਂ ਲਾਰੇ ਹੀ ਲਾਉਂਦੇ ਰਹੇ ਆ। ਹਾਂ, ਅਤੇ ਬਾਕੀ ਮੇਰੇ ਘਰ ਵਾਲੀ ਦਾ ਮਾਮਾ ਜਿਹੜਾ, ਉਹਦਾ ਵੀ 7 ਲੱਖ ਰੁਪਈਆ ਇਹਦੇ ਕੋਲ ਹੀ ਆ ਜੀ। ਉਹ ਵਿਚਾਰਾ ਮਰ ਗਿਆ, ਹੁਣ ਇਹੀ ਏਜ ਦੇ ਵਿੱਚ ਮਰਿਆ ਵੀ ਮੇਰੇ ਪੈਸੇ ਦੱਬ ਗਏ, ਅਤੇ ਉਹ ਵਿਚਾਰਾ ਇੱਕ ਨਹੀਂ ਮਰ ਗਿਆ, ਨਹੀਂ ਉਹ ਮਰਨ ਵਾਲਾ ਹੈ ਨਹੀਂ ਸੀ। ਘਟਨਾਵਾਂ ਦੇ ਨਾਲ ਲੋਕਾਂ ਦਾ ਧਰਮ ਦੇ ਉੱਤੋਂ ਫਿਰ ਵਿਸ਼ਵਾਸ ਉੱਠਣ ਲੱਗ ਜਾਂਦਾ। ਜਿਹੜੇ ਲੋਕ ਵਾਕਿਆ ਹੀ ਧਰਮ ਵਾਸਤੇ ਚਿੰਤਤ ਨੇ ਜਾਂ ਵਾਕਿਆ ਹੀ ਪਰਮਾਤਮਾ ਦੇ ਨਾਲ ਲੋਕਾਂ ਨੂੰ ਜੋੜਨੇ ਅਧਿਆਤਮਕ ਪੱਖੋਂ ਜਿਹੜੇ ਮਜ਼ਬੂਤ ਨੇ, ਉਹਨਾਂ ਉੱਤੇ ਵੀ ਆਮ ਲੋਕ ਫਿਰ ਸਵਾਲ ਚੱਕਣ ਲੱਗ ਜਾਂਦੇ। ਜੀ ਇਹ ਗੱਲ ਆ, ਲੋਕਾਂ ਦਾ ਪਤਾ ਕੀ, ਜਿਹਦੇ ਮਗਰ ਇਕੱਠ ਆ ਉਹਨੂੰ ਬਾਬਾ ਸਮਝਦੇ ਆ। ਇਹ ਜਿਹੜੇ ਬਾਬੇ ਹੁੰਦੇ ਆ, ਉਹਦੇ ਮਗਰ ਇਕੱਠ ਨਹੀਂ ਹੁੰਦਾ, ਉਹਦੀ ਸਮਾਜ ਨਾਲ ਅਤੇ ਆਮ ਉਹਦੀ ਵਿਗੜਦੀ ਰਹਿੰਦੀ ਹੈ ਜੀ। ਉਹਨੂੰ ਚੰਗਾ ਨਹੀਂ ਮੰਨਦੇ। ਜਿਵੇਂ ਕਬੀਰ ਦੇਖ ਲਓ, ਭਗਤ ਰਵਿਦਾਸ ਦੇਖ ਲਓ, ਇਹਨਾਂ ਨੂੰ ਲੋਕਾਂ ਨੇ ਚੰਗਾ ਨਹੀਂ ਸਮਝਿਆ। ਕੋਈ ਇਹਨਾਂ ਨੇ ਸੱਚੀ ਗੱਲ ਕਰੀ ਆ। ਅੱਜ ਕੱਲ੍ਹ ਦੁਨੀਆ ਆਪਣੀ ਸੱਚੀ ਗੱਲ ਨਹੀਂ ਮੰਨਦੀ। ਇਹਨਾਂ ਨੂੰ ਬਸ ਢੋਲਕਿਆਂ ਸੈਣੇ ਬਾਜੇ ਵਜਾਉਣ ਵਾਲਾ ਹੋਵੇ ਬੰਦਾ, ਉਹਦੇ ਮਗਰ ਲੱਗ ਕੇ ਬਾਹਲਾ ਰਾਜੀ ਆ। ਕਾਰਾਂ ਦੇਖ ਕੇ, ਚਿੱਟੇ ਚੋਲੇ ਦੇਖ ਕੇ ਮਗਰ ਲੱਗਦੇ ਆ। ਜਿਹੜਾ ਆਪਣਾ ਗੁਰੂ ਗ੍ਰੰਥ ਸਾਹਿਬ ਗੱਲ ਕਹਿੰਦਾ, ਉਹਦੀ ਬਾਣੀ ਕਹਿੰਦੀ, ਉਹਦੇ ਮਗਰ ਤਾਂ ਆਪਾਂ ਲੱਗਦੇ ਨਹੀਂ। ਤੁਸੀਂ ਦੇਖ ਰਹੇ ਹੋ KTV UK, ਮੈਂ ਅਮਨਦੀਪ ਸਿੰਘ। ਸਿੱਖੀ ਭੇਸ ਦੇ ਵਿੱਚ ਅਕਸਰ ਹੀ ਇਹ ਗੱਲਾਂ ਦੇਖਣ ਨੂੰ ਮਿਲਦੀਆਂ ਨੇ ਕਿ ਬਹੁਤ ਸਾਰੇ ਲੋਕ ਧਰਮ ਦਾ ਫਾਇਦਾ ਲੈ ਕੇ, ਧਰਮ ਦਾ ਬਾਣਾ ਪਾ ਕੇ, ਚੋਲਾ ਪਾ ਕੇ ਅਣਜਾਣ ਅਤੇ ਭੋਲੇ ਲੋਕਾਂ ਨੂੰ ਲੁੱਟਦੇ ਰਹਿੰਦੇ ਨੇ। ਅਕਸਰ ਹੀ ਬਹੁਤ ਸਾਰੇ ਮਸ਼ਹੂਰ, ਜਿਨ੍ਹਾਂ ਨੂੰ ਬਾਬੇ ਤੱਕ ਆਖਿਆ ਜਾਂਦਾ ਹੈ ਕਿ ਫਲਾਣਾ ਬਾਬਾ ਬੜੀ ਕਰਨੀ ਵਾਲਾ ਹੈ, ਉਹਨਾਂ ਦੀਆਂ ਕਰਤੂਤਾਂ ਜਾਂ ਉਹਨਾਂ 'ਤੇ ਵੱਡੇ ਇਲਜ਼ਾਮ ਲੱਗਦੇ ਰਹਿੰਦੇ ਨੇ।
ਉਹਨਾਂ ਦੀਆਂ ਸੱਚਾਈਆਂ ਜੱਗ ਜ਼ਾਹਰ ਹੁੰਦੀਆਂ ਰਹਿੰਦੀਆਂ ਨੇ। ਧਰਮ ਦੇ ਬਾਣੇ ਦੇ ਪਿੱਛੇ ਬੜੀਆਂ ਭੈੜੀਆਂ ਕਰਤੂਤਾਂ ਕੁਝ ਲੋਕ ਕਰ ਰਹੇ ਨੇ, ਜਿਨ੍ਹਾਂ ਦੇ ਕਰਕੇ ਪੂਰੇ ਧਰਮ ਨੂੰ ਹੀ ਬਦਨਾਮ ਕਰਨ ਦਾ ਮੌਕਾ ਕੁਝ ਚੰਦ ਲੋਕਾਂ ਨੂੰ ਮਿਲ ਜਾਂਦਾ ਹੈ। ਅਜਿਹੀਆਂ ਪਖੰਡੀ ਸਾਧਾਂ ਕਰਕੇ ਅੱਜ ਸਿੱਖੀ ਉੱਤੇ ਲੋਕ ਬੜੇ ਤਰ੍ਹਾਂ ਦੇ ਸਵਾਲ ਖੜੇ ਕਰਨ ਲੱਗ ਗਏ, ਸਿੱਖ ਸੰਪਰਦਾਵਾਂ ਦੇ ਉੱਤੇ ਸਵਾਲ ਖੜੇ ਕਰਨ ਲੱਗ ਗਏ। ਅੱਜ ਇੱਕ ਅਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹ ਕਹਾਣੀ ਹੈ ਗੁਰਿੰਦਰਪਾਲ ਸਿੰਘ ਬੰਟੀ ਦੀ, ਜੋ ਕਿ ਇਸ ਵਕਤ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਵਿੱਚ ਰਹਿੰਦਾ ਹੈ। ਬਾਬਾ ਕਹਿੰਦੇ ਨੇ ਉਹਨੂੰ ਕਿ ਬਾਬਾ ਹੈ, ਗੁਰਸਿੱਖ ਹੈ, ਪ੍ਰਚਾਰ ਕਰਦਾ ਹੈ, ਪਰ ਉਹਨਾਂ ਦੇ ਬਾਰੇ ਬਹੁਤ ਵੱਡੀਆਂ ਸੱਚਾਈਆਂ ਸਾਡੇ ਹੱਥ ਲੱਗੀਆਂ ਨੇ। ਪੰਜਾਬ ਦੇ ਵਿੱਚ ਕਿਵੇਂ ਬਹੁਤ ਸਾਰੇ ਲੋਕਾਂ ਦੇ ਨਾਲ ਉਹਨਾਂ ਨੇ ਧੋਖਾ ਕੀਤਾ, ਬਹੁਤ ਸਾਰੇ ਲੋਕ ਉਹਨਾਂ ਤੇ ਵੱਡੇ ਇਲਜ਼ਾਮ ਲਗਾ ਰਹੇ ਨੇ। ਉਹਨਾਂ ਦੇ ਵਿੱਚੋਂ 2 ਪਰਿਵਾਰਾਂ ਨੂੰ ਅੱਜ ਲੈ ਕੇ ਤੁਹਾਡੇ ਰੂਬਰੂ ਹੋਏ ਆ। ਪੰਜਾਬ ਦੇ ਪਿੰਡ ਕਮਾਲਪੁਰ ਦੇ ਰਹਿਣ ਵਾਲੇ ਇਹ ਗੁਰਿੰਦਰਪਾਲ ਸਿੰਘ ਬੰਟੀ, ਪਿਤਾ ਦਾ ਨਾਮ ਗੁਰਭਾਗ ਸਿੰਘ ਬਰਾੜ, ਪਿੰਡ ਕਮਾਲਪੁਰ, ਤਹਿਸੀਲ ਜਗਰਾਓਂ, ਜ਼ਿਲ੍ਹਾ ਲੁਧਿਆਣਾ। ਇਸ ਏਰੀਏ ਦੇ ਵਿੱਚ ਉਹਨਾਂ ਨੇ ਕੀ ਕੁਛ ਕੀਤਾ ਅਤੇ ਅੱਜ ਜਾ ਕੇ ਨਿਊਜ਼ੀਲੈਂਡ ਦੇ ਵਿੱਚ ਧਰਮ ਪ੍ਰਚਾਰਕ ਬਣੇ ਬੈਠੇ ਨੇ। ਸੱਚਾਈ ਕੀ ਹੈ? ਸੱਚਾਈ ਖੋਜ ਕੇ ਤੁਹਾਡੇ ਸਾਹਮਣੇ ਲੈ ਕੇ ਆਏ ਆ। ਤਾਂ ਸਾਡੇ ਨਾਲ 2 ਬਜ਼ੁਰਗ ਨੇ, ਉਹਨਾਂ ਦੇ ਨਾਲ ਤੁਹਾਡਾ ਰਾਬਤਾ ਕਰਵਾਉਂਦੇ ਆ। ਫਤਿਹ ਸਾਂਝੀ ਕਰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਬਾਬਾ ਜੀ ਤੁਹਾਡਾ ਨਾਂ ਕੀ ਹੈ? ਦਰਸ਼ਨ ਸਿੰਘ। ਜੀ ਦਰਸ਼ਨ ਸਿੰਘ, ਇੱਕ ਵਾਰ ਪੂਰਾ ਆਪਣਾ ਪਤਾ, ਪਿੰਡ ਦਾ ਨਾਮ ਸਾਰਾ ਦੱਸ ਦਿਓ। ਦਰਸ਼ਨ ਸਿੰਘ, ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਛੱਜਾਵਾਲ। ਬਾਬਾ ਜੀ ਤੁਹਾਡਾ ਨਾਂ ਕੀ ਹੈ? ਕੇਵਲ ਸਿੰਘ ਸਨ ਆਫ ਈਸ਼ਰ ਸਿੰਘ, ਪਿੰਡ ਸੱਜਾਵਾਲ, ਤਹਿਸੀਲ ਜਗਰਾਓਂ, ਜ਼ਿਲ੍ਹਾ ਲੁਧਿਆਣਾ। ਤੁਸੀਂ ਇਸ ਪਿੰਡ ਦੇ ਵਾਸੀ ਹੋ। ਤਾਂ ਜਿਵੇਂ ਮੈਂ ਗੱਲ ਕੀਤੀ ਹੈ ਸਟਾਰਟਿੰਗ ਦੇ ਵਿੱਚ ਕਿ ਬੜੇ ਲੋਕ ਧਰਮ ਦਾ ਬਾਣਾ ਪਾ ਕੇ ਧਰਮ ਨੂੰ ਵੇਚ ਜਾਂਦੇ ਨੇ, ਧਰਮ ਨੂੰ ਖਾ ਜਾਂਦੇ ਨੇ। ਉਹਨਾਂ ਲੋਕਾਂ ਤੇ ਇਲਜ਼ਾਮ ਲੱਗਦੇ ਰਹਿੰਦੇ ਨੇ। ਅਕਸਰ ਹੀ ਬਹੁਤ ਸਾਰੇ ਲੋਕ ਅਜਿਹੇ ਬਾਬੇ ਵੀ ਹੁੰਦੇ ਨੇ ਜਿਹੜੇ ਤਾਕਤ ਦਾ ਫਾਇਦਾ ਚੱਕ ਕੇ ਆਪਣੇ ਉੱਤੇ ਲੱਗੇ ਇਲਜ਼ਾਮ ਸਾਬਤ ਨਹੀਂ ਹੋਣ ਦਿੰਦੇ। ਤੁਹਾਡੇ ਨਾਲ ਵੀ ਅੱਜ ਤੋਂ 15-20 ਸਾਲ ਪਹਿਲਾਂ ਅਜਿਹਾ ਕੁਝ ਹੋਇਆ, ਆਪਣਾ ਰਾਬਤਾ ਹੋਇਆ। ਤਾਂ ਅਸੀਂ ਤੁਹਾਡੇ ਤੋਂ ਸ਼ੁਰੂ ਕਰਾਂਗੇ ਕਿ ਉਹ ਕੀ ਘਟਨਾ ਹੈ ਗੁਰਿੰਦਰਪਾਲ ਸਿੰਘ ਬੰਟੀ ਉਹਨਾਂ ਦੇ ਪਰਿਵਾਰ ਦੇ ਨਾਲ। ਸਭ ਤੋਂ ਪਹਿਲਾਂ ਤਾਂ ਦੱਸਿਓ ਕਿ ਧੋਖਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜਾਂ ਉਹਨਾਂ ਨੇ ਸਿੱਖੀ ਭੇਸ ਦੇ ਵਿੱਚ ਤੁਹਾਡੇ ਨਾਲ ਧੋਖਾ ਕੀਤਾ ਬਹੁਤ ਵੱਡਾ, ਉਹ ਧੋਖਾ ਕੀ ਹੈ? ਧੋਖਾ ਜੀ, ਅਸੀਂ ਕਣਕ ਝੋਨਾ ਵੀ ਵੇਚਦੇ ਹੁੰਦੇ ਸੀਗੇ। ਇਹਨਾਂ ਦੀ ਆੜਤ ਦੀ ਦੁਕਾਨ ਸੀ, ਗੁਰਭਾਗ ਸਿੰਘ ਤੇ ਗੁਰਭਾਗ ਸਿੰਘ ਦੀ ਜੀ। ਹਾਂ, ਜਿਹੜੇ ਇਹਨਾਂ ਦੇ ਪਿਤਾ ਨੇ ਗੁਰਿੰਦਰਪਾਲ ਸਿੰਘ ਬੰਟੀ। ਉਸ ਤੋਂ ਬਾਅਦ ਇਹਨਾਂ ਨੇ ਹੌਲੀ ਹੌਲੀ ਸਾਤੋਂ ਪੈਸੇ ਰੱਖਣੇ ਸ਼ੁਰੂ ਕਰਤੇ ਵੀ ਸਾਨੂੰ ਆ ਛੱਡ ਜੋ, ਤੁਸੀਂ ਤੁਹਾਨੂੰ ਵਿਆਜ ਦੇਵਾਂਗੇ, ਜੇ ਕਰਾਂਗੇ ਉਹ ਕਰਾਂਗੇ। ਉਹ ਵੱਧਦੇ ਜੀ 10-12 ਸਾਲ ਇਹਨਾਂ ਦੇ ਅਸੀਂ ਕਣਕ ਝੋਨਾ ਸਿੱਟਿਆ। ਉਸ ਤੋਂ ਬਾਅਦ ਸਾਡਾ ਜੀ ਰੁਪਈਆ 5.5 ਲੱਖ ਰੁਪਈਆ ਇਹਨਾਂ ਕੰਨੀ ਹੋ ਗਿਆ। ਤੇ ਸਾਡੇ ਜੀ ਦੂਜੀਆਂ ਹੁੰਡੀਆਂ ਬਣਾਈਆਂ ਹੋਈਆਂ ਸਨ। ਹੁੰਡੀਆਂ ਤੋਂ ਇਹਨਾਂ ਨੇ ਜਦੋਂ ਇਹ ਬਾਹਰ ਨੂੰ ਜਾਣ ਲੱਗਿਆ ਬੰਟੀ, ਇਹਨਾਂ ਨੇ ਗੁਰਵਿੰਦਰ ਸਿੰਘ ਬੰਟੀ, ਤੇ ਇਹਨਾਂ ਨੇ ਜੀ ਸਾਨੂੰ ਪ੍ਰਨੋਟ ਕਰਵਾਤਾ। ਤੁਸੀਂ ਸ਼ੁਰੂ ਤੋਂ ਹੀ ਤੁਹਾਡੇ ਬਜ਼ੁਰਗ ਇਹਨਾਂ ਦੇ ਕੋਲ ਆੜਤ ਦੇ ਇਹਨਾਂ ਦੇ ਝੋਨਾ ਜਾਂ ਕਣਕ ਸਿੱਟਦੇ ਆਉਂਦੇ ਹੋ, ਜਾਂ ਇਹਨਾਂ ਨੇ ਕਦੋਂ ਕ ਆੜਤ ਸ਼ੁਰੂ ਕਰੀ ਹੈ? ਕਿਹੜੇ ਕਿਸਾਨ ਦੀਆਂ ਗੱਲਾਂ ਨੇ? ਅਸੀਂ ਜੀ ਤਕਰੀਬਨ 91-92 ਤੋਂ ਇਹਨਾਂ ਦੇ ਝੋਨਾ ਸਿੱਟਣ ਲੱਗੇ ਆ। ਸਾਨੂੰ ਇਹਨਾਂ ਨੇ ਆ ਕੇ ਕਿਹਾ ਵੀ ਤੁਸੀਂ ਇੱਥੇ ਸਾਡੇ ਸਿੱਟਿਆ ਕਰੋ। ਅਸੀਂ ਉਦੋਂ ਕਿਤੇ ਸਿੱਟਣ ਲੱਗੇ ਤਕਰੀਬਨ। ਗੁਰਭਾਗ ਸਿੰਘ ਬਰਾੜ ਨੇ ਆੜਤ ਸ਼ੁਰੂ ਕਰੀ? ਹਾਂਜੀ, ਉਦੋਂ ਤੇ ਸ਼ੁਰੂ ਕੀ ਅਸੀਂ ਸਿੱਟਣ ਲੱਗੇ ਆ ਜੀ। ਪਹਿਲਾਂ ਤਾਂ ਅਸੀਂ ਆਪਦੇ ਆੜਤੀਆਂ ਦੇ ਜਾਂਦੇ ਹੁੰਦੇ ਸੀ, ਹੋਰ ਆੜਤੀਆਂ ਦੇ। ਤੁਸੀਂ ਇਹਨਾਂ ਦੇ ਕੋਲ ਝੋਨਾ ਜਿਹੜਾ ਜਾਂ ਕਣਕ ਹੈ, ਜਿਹੜੀਆਂ ਫਸਲਾਂ ਤੁਸੀਂ ਬੀਜਦੇ ਹੋ, ਉਹ ਸਿੱਟਣੀਆਂ ਸ਼ੁਰੂ ਕਰ ਦਿੱਤੀਆਂ। ਤੇ ਜਿਵੇਂ ਆਮ ਕਿਸਾਨ ਕਰਦੇ ਨੇ ਕਿ ਆੜਤੀਆਂ ਤੋਂ ਪੈਸੇ ਆਪਾਂ ਵਿਆਜ ਤੇ ਵੀ ਲੈ ਲੈਂਦੇ ਹਾਂ, ਤੇ ਪੈਸੇ ਵੱਧ ਜਾਂਦੇ ਨੇ, ਆੜਤੀ ਕੋ ਛੱਡ ਆਉਂਦੇ ਆ ਕਿ ਵਿਆਜ ਮਿਲ ਜੂਗਾ, ਤਾਂ ਤੁਸੀਂ ਇਸ ਢੰਗ ਦੇ ਨਾਲ ਇਹਨਾਂ ਕੋਲ ਪੈਸੇ ਛੱਡਦੇ ਰਹੇ? ਇਸ ਤਰ੍ਹਾਂ ਦੇ ਅਸੀਂ ਛੱਡਦੇ ਰਹੇ ਜੀ। ਉਹ ਵੱਧ ਕੇ 5.5 ਲੱਖ ਰੁਪਈਆ ਹੋ ਗਿਆ, ਤੇ 4 ਲੱਖ ਰੁਪਈਆ ਮੇਰਾ ਸੀ ਜੀ, 1.5 ਲੱਖ ਰੁਪਈਆ ਮੇਰੇ ਲੜਕੇ ਦਾ ਸੀ ਜੀ। ਤੇ ਇਹ ਦੂਜਾ ਸਾਨੂੰ ਇਹਨਾਂ ਨੇ ਜੀ ਐਂ ਵੜਿਆ ਵੜੂ ਕੇ ਪ੍ਰਨੋਟ ਕਰਾਤਾ। ਪ੍ਰਨੋਟ ਕਰਾਏ ਤੋਂ ਮਗਰੋਂ ਇਹਨਾਂ ਨੇ ਜੀ ਸਾਨੂੰ ਫੇਰ ਨਹੀਂ ਪੈਸੇ ਦਿੱਤੇ। ਜਦ ਸਾਨੂੰ ਫੇਰ ਨਾ ਪੈਸੇ ਦਿੱਤੇ ਜੀ, ਅਸੀਂ ਹੌਲੀ ਹੌਲੀ ਰੋਜ਼ ਜਾਣਾ। ਤੇ ਇਹਨਾਂ ਨੇ ਪਰਸੋਂ ਨੂੰ, ਚੌਥੇ ਨੂੰ, 5ਵੇਂ ਨੂੰ, 10ਵੇਂ ਨੂੰ ਅਸੀਂ 8-7 ਦਿਨਾਂ ਦੇ ਤੁਹਾਨੂੰ ਦਿੰਨੇ ਆ, ਐਂ ਲਾਰੇ ਲੱਪੇ ਲਾ ਕੇ। ਤੇ ਸਾਨੂੰ ਇਹਨਾਂ ਨੇ ਨਾਂ ਤੇ ਫਿਰ ਇਹ ਸਾਰਾ ਹਲਕਾ ਇਕੱਠਾ ਹੋਇਆ। ਨੱਥੋਵਾਲ ਦੇ ਬੰਦੇ ਸੀ, ਰੈਕੋਟ ਦੇ ਬੰਦੇ ਸੀ, ਕਮਾਲਪੁਰੇ ਦੇ ਬੰਦੇ ਸੀ, ਹੋਰ ਪਿੰਡਾਂ ਦੇ ਵੀ ਬੰਦੇ ਸੀ। ਅਸੀਂ ਪਿੰਡ ਦੇ ਸੱਜਾਲ ਦੇ ਬੰਦੇ ਸੀ। ਅਸੀਂ ਇਹਨਾਂ ਤੇ ਜੀ ਫਿਰ ਆਪਣੇ ਜਗਰਾਓਂ ਥਾਣੇ ਤੇ ਕਿਹਾ। ਥਾਣੇ ਵਾਲੇ ਕਹਿੰਦੇ ਜੀ ਨਹੀਂ, ਅਸੀਂ ਪੈਸੇ ਤਾਂ ਨਹੀਂ ਦਵਾ ਸਕਦੇ, ਤੁਸੀਂ ਆਪਦਾ ਇਹਨਾਂ ਤੇ ਹੋਰ ਕੁਛ ਕਰ ਲਓ। ਤੇ ਅਸੀਂ ਫਿਰ ਜੀ DC ਸਾਹਿਬ ਦੇ ਗਏ ਲੁਧਿਆਣੇ। DC ਸਾਹਿਬ ਕਹਿੰਦਾ ਵੀ ਅਸੀਂ ਪਰਚਾ ਕਰ ਦਿੰਦੇ ਹਾਂ, ਅਸੀਂ ਪੈਸੇ ਨਹੀਂ ਤੁਹਾਡੇ ਦਵਾ ਸਕਦੇ, ਤੇ ਵੀ ਉਹ ਤੁਹਾਡਾ ਅਦਾਲਤ ਹੀ ਦਵਾ ਸਕਦੀ ਆ। ਫਿਰ ਅਸੀਂ ਜੀ ਇਹਨਾਂ ਨੇ ਉਹਦੇ ਤੇ ਪਰਚਾ ਹੋ ਗਿਆ ਜੀ। ਤੇ ਪਰਚਾ ਇੱਕ ਇਹਦੇ ਤੇ ਜਗਰਾਓਂ ਸਦਰ ਥਾਣੇ 'ਚ ਹੋਇਆ, ਇੱਕ ਸੁਧਾਰ ਥਾਣੇ 'ਚ ਹੋਇਆ ਜੀ।
ਤੇ ਉਸ ਤੋਂ ਬਾਅਦ ਜੀ ਇਹਨਾਂ ਤੇ ਪਰਚਾ ਹੋਣ ਤੋਂ ਮਗਰੋਂ ਜੀ ਇਹ ਫਿਰ ਗੁਰਭਾਗ ਸਿੰਘ ਫੜ ਕੇ ਜੇਲ੍ਹ 'ਚ ਵੀ ਗਿਆ ਜੀ। ਜੇਲ੍ਹ ਤੋਂ ਮਗਰੋਂ ਤੇ ਇਹਨਾਂ ਦੀ ਜ਼ਮਾਨਤ ਹੋ ਗਈ ਤੇ ਫਿਰ ਇਹ ਸਾਡੇ ਨਾਲ ਕੇਸ ਚੱਲਦਾ ਰਿਹਾ। ਕੋਈ ਤਕਰੀਬਨ 5-6 ਸਾਲ ਸਾਡੇ ਨਾਲ ਇਹਨਾਂ ਦਾ ਕੇਸ ਚੱਲਿਆ ਤੇ ਕੇਸ ਚੱਲਣ ਤੋਂ ਮਗਰੋਂ ਸਾਡੇ ਨਾਲ ਇਹਨਾਂ ਨੇ 40% ਦਾ ਪੈਸੇ ਕਹਿੰਦਾ ਮੈਂ ਤੁਹਾਨੂੰ ਦੇ ਦਿੰਦਾ, ਬਾਕੀ ਦੇ ਪੈਸੇ ਤੁਹਾਨੂੰ ਮੈਂ ਜੇ ਮੇਰਾ ਕੰਮ ਚੱਲ ਪਿਆ ਬਾਹਰ ਜਾ ਕੇ ਦੇਵਾਂਗਾ। ਤੇ ਮੈਂ ਬਾਹਰ ਮੇਰਾ ਲੜਕਾ ਕੇ ਚਲਿਆ ਗਿਆ ਤੇ ਮੈਂ ਦੂਜਾ ਬਾਹਰ ਜਾ ਕੇ ਤੁਹਾਡੇ ਪੈਸੇ ਸਮਾਪਤ ਕਰ ਦੂੰਗਾ। ਸਾਨੂੰ ਇਹ ਕਹਿ ਕੇ ਇਹਦੇ ਵਿੱਚ ਜਦੋਂ ਸਾਡੇ ਨਾਲ ਮੇਰੇ ਨਾਲ ਸੰਪਰਕ ਕੀਤਾ, ਸਵਰਨ ਸਿੰਘ ਸਰਪੰਚ ਵੀ ਕੋਲੇ ਸੀਗਾ ਜੀ, ਤੇ ਉਹਨਾਂ ਨਾਲ ਕਰਕੇ ਇਹਨਾਂ ਨੇ ਸਾਡਾ ਸਮਝੌਤਾ ਤੇ ਇਹਨੇ ਕਹਿ ਕੇ ਕਰਵਾਤਾ ਵੀ ਤੁਹਾਨੂੰ 40 ਦੇ ਦਿੰਦੇ ਆ, 60 ਤੁਹਾਨੂੰ ਬਾਅਦ ਚ ਦੇ ਦਿਆਂਗੇ। ਅਜੇ ਤੱਕ ਸਾਨੂੰ ਕੁਝ ਨਹੀਂ ਦਿੱਤਾ ਜੀ ਇਹਨੇ। ਗੁਰਿੰਦਰਪਾਲ ਸਿੰਘ ਬੰਟੀ, ਜਿਨ੍ਹਾਂ ਨੂੰ ਬਾਬਾ ਗੁਰਿੰਦਰਪਾਲ ਸਿੰਘ ਵੀ ਆਖਿਆ ਜਾਂਦਾ ਹੈ, ਧਰਮ ਪ੍ਰਚਾਰਕ ਨੇ ਨਿਊਜ਼ੀਲੈਂਡ ਦੇ ਵਿੱਚ, ਜਿਵੇਂ ਤੁਸੀਂ ਆਖਿਆ ਬਾਹਰ ਲੰਘੇ, ਉਹ ਪਹਿਲਾਂ ਵੀ ਇੱਧਰ ਧਰਮ ਪ੍ਰਚਾਰ ਦਾ ਕੰਮ ਕਰਦੇ ਸੀ? ਨਹੀਂ ਜੀ, ਪਹਿਲਾਂ ਆੜਤ ਦਾ ਕੰਮ ਕਰਦੇ ਸੀਗੇ ਤੇ ਇਹਦਾ ਬਾਪ ਨਾਨਕਸਰ ਜਾਂਦਾ ਹੁੰਦਾ ਸੀ। ਨਾਨਕਸਰ ਦੇ ਉੱਥੇ ਸ਼ਰਧਾਲੂ ਸੀਗੇ ਹਾਂਜੀ ਨਾਨਕਸਰ। ਨਿਊਜ਼ੀਲੈਂਡ ਜਾ ਕੇ ਇਹਨਾਂ ਨੇ ਜਿਹੜਾ ਸ਼ੁਰੂ ਕੀਤਾ ਉੱਥੇ ਨਿਊਜ਼ੀਲੈਂਡ ਜਾ ਕੇ ਕੀਤਾ ਜੀ ਗੁਰਵਿੰਦਰ ਸਿੰਘ ਨੇ। ਤੁਹਾਨੂੰ ਫਿਰ ਇਹਨਾਂ ਦੇ ਨਿਊਜ਼ੀਲੈਂਡ ਦੀਆਂ ਖਬਰਾਂ ਕਿਵੇਂ ਮਿਲੀਆਂ ਕਿ ਉੱਧਰ ਚਲੇ ਗਏ ਨੇ ਜਾਂ ਉੱਧਰ ਇਹ ਕੀ ਕੁਝ ਕਰ ਰਹੇ ਨੇ? ਤੇ ਇਹ ਜੀ ਆ ਕੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਦਾ ਸੀ ਜੀ। ਸਾਨੂੰ ਫਿਰ ਪਤਾ ਲੱਗਿਆ ਵੀ ਇਹ ਬਾਹਰ ਚਲਿਆ ਗਿਆ, ਵੀ ਇਹ ਉੱਥੇ ਇੱਧਰ ਗੇੜੇ ਮਾਰਦੇ ਸੀ। ਹਾਂਜੀ, ਇੱਧਰ ਆਉਂਦੇ ਸੀ ਤੇ ਇੱਧਰ ਪਿੰਡਾਂ ਦੇ ਵਿੱਚ ਦੀਵਾਨ ਲਾਉਂਦੇ ਸੀ ਤੇ ਇਹ ਕਹਿੰਦੇ ਜੀ ਵੀ ਬਾਬਾ ਬਣ ਗਿਆ, ਇਹ ਬਾਬਾ ਬਣ ਗਿਆ। ਜਦ ਅਸੀਂ ਇਹਨਾਂ ਨਾਲ ਸੰਪਰਕ ਕੀਤਾ ਪੈਸੇ ਲੈਣ ਦੇਣ ਦਾ, ਇਹ ਕਹਿੰਦੇ ਵੀ ਤੁਹਾਨੂੰ ਅਸੀਂ ਕੋਈ ਨਹੀਂ ਫੇਰ ਆ ਕੇ ਮਿਲਦੇ ਹਾਂ, ਕੋਈ ਨਾ ਤੁਹਾਨੂੰ ਦੱਸਦੇ ਹਾਂ ਤੁਹਾਨੂੰ ਕਹਿੰਦੇ। ਫਿਰ ਸਾਡੇ ਨਾਲ ਇਹਨਾਂ ਨੇ ਸੰਪਰਕ ਨਹੀਂ ਜੀ ਕੀਤਾ। ਇਹ ਬਾਹਰੋਂ ਇੱਧਰ ਆਉਂਦੇ ਸੀ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਸੀ? ਹਾਂਜੀ, ਅਸੀਂ ਇਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ, ਪਰ ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਨਹੀਂ ਜੀ। ਹਾਂਜੀ, ਪਰਨੋਟ ਦੀ ਗੱਲ ਕੀਤੀ ਹੈ, ਕਿੰਨੇ ਲੱਖ ਦੇ ਪਰਨੋਟ ਨੇ ਤੁਹਾਡੇ ਕੋਲ? ਪ੍ਰੂਫ ਹੈ ਇਹਨਾਂ ਗੱਲਾਂ ਦੇ? ਹਾਂਜੀ, ਪ੍ਰੂਫ ਹੈ ਜੀ। ਇਹ ਪਰਨੋਟ ਦੀਆਂ ਕਾਪੀਆਂ ਜਾਂ ਓਰੀਜਨਲ ਨੇ ਤੁਹਾਡੇ ਕੋਲੇ? ਹਾਂਜੀ, ਓਰੀਜਨਲ ਆ ਜੀ। ਓਰੀਜਨਲ ਪਰਨੋਟ ਤੁਹਾਡੇ ਕੋਲ ਪਏ ਨੇ? ਤਾਂ ਇਹ ਇੱਕ ਵਾਰ ਕੈਮਰੇ ਵੱਲ ਜ਼ਰੂਰ ਇਹਨਾਂ ਨੂੰ ਦਿਖਾ ਦਿਓ। ਤਾਂ ਇਹ ਉਹ ਪਰਨੋਟ ਨੇ ਉਹਨਾਂ ਸਮਿਆਂ ਦੇ, ਤਾਂ ਕੈਮਰਾ ਜ਼ਰੂਰ ਇੱਕ ਵਾਰ ਇਹਨਾਂ ਉੱਤੇ ਅਸੀਂ ਮਾਰਨਾ ਚਾਹਾਂਗੇ। ਤੇ ਆਹ ਦੇਖੋ ਰਸੀਦ ਪਰਨੋਟ ਲਿਖਿਆ ਹੋਇਆ। ਤਾਂ ਇਹ ਕਿਹੜੇ ਸਾਲ ਦੀ ਗੱਲ ਹੈ ਜੀ? ਇਹ ਤਕਰੀਬਨ ਜੀ ਆਹ ਦੂਜਾ ਆਪਣੇ ਮੇਰੀ ਨਿਗਾਹ ਨਹੀਂ ਆਉਂਦੀ, ਮੇਰੇ ਕੋਲ ਐਨਕਾਂ ਹੈ ਨਹੀਂ ਜੀ। ਅਸੀਂ ਦੇਖ ਲੈਂਦੇ ਹਾਂ ਜੀ। ਤਾਂ ਇਹ ਵੀ ਪਰਨੋਟ ਆ? ਇਹ ਵੀ ਪਰਨੋਟ ਆ ਜੀ। ਇਹ 2 ਲੱਖ ਰੁਪਏ ਦਾ ਪਰਨੋਟ ਹੈ। ਇਹ 19/12/2001 ਦੀ ਗੱਲ ਹੈ। 19/12/2001 2 ਲੱਖ ਦਾ ਆਹ ਪਰਨੋਟ ਆ, 2 ਲੱਖ ਦਾ ਕੁੱਲ 4 ਲੱਖ ਦੇ ਪਰਨੋਟ ਹੋ ਗਏ। ਆ ਗੁਰਵਿੰਦਰ ਸਿੰਘ ਦੇ ਸਾਈਨ ਆ ਜੀ। ਗੁਰਵਿੰਦਰ ਸਿੰਘ ਦੇ ਤੇ ਸਾਈਨ ਨੇ ਜੀ। ਤਾਂ ਅੱਛਾ, ਗੁਰਵਿੰਦਰ ਸਿੰਘ ਨੇ ਆਪ ਸਾਈਨ ਕੀਤੇ? ਹਾਂਜੀ ਹਾਂਜੀ, ਉਹਨੇ ਪਰ ਆ ਕੇ ਪਰਨੋਟ ਕਰਾ ਕੇ ਦਿੱਤਾ ਜੀ। ਹਾਂਜੀ, ਕਿ ਮੈਂ ਤੁਹਾਡੇ ਪੈਸੇ ਨੇ ਜਿਹੜੇ ਉਹ ਦਵਾਂਗਾ। ਤੇ ਇਹ ਪਰਨੋਟ ਹੈ ਜਿਹੜਾ, ਇਹ ਕਿੰਨੇ ਕੁ ਚਿਰ ਤੱਕ ਲੀਗਲ ਹੁੰਦਾ, ਕਿੰਨੇ ਕੁ ਚਿਰ ਤੱਕ ਇਹਦੀ ਮਾਨਤਾ? ਸਾਡੇ ਨਾਲ ਲਾਰੇ ਲਾ ਕੇ ਇਹਨਾਂ ਨੇ 3 ਸਾਲ ਨਿਗਾਹਤੇ। ਜਦੋਂ ਅਸੀਂ ਜਾ ਕੇ ਦਿਖਾ ਲਿਆ, ਉਹ ਕਹਿੰਦੇ ਵੀ ਹੁਣ ਤਾਂ ਇਹਨਾਂ ਦੀ ਬੁਨਿਆਦ ਨਹੀਂ ਗੀ। ਅਸੀਂ ਜੀ ਫਿਰ ਦੂਜਾ ਪੁਲਿਸ ਵਾਲਿਆਂ ਨਾਲ ਤੇ ਬਾਹਰ ਅਫਸਰਾਂ ਨਾਲ ਮਿਲਾਪ ਬਣਾ ਕੇ ਜੀ ਫਿਰ ਇਹਨਾਂ ਤੇ ਕੇਸ 420 ਦਾ ਕਰਾਇਆ ਜੀ। ਜਿਵੇਂ ਤੁਸੀਂ ਬਾਬਾ ਜੀ ਇਹਨਾਂ ਦੇ ਕੋਲ ਝੋਨਾ ਜਾਂ ਕਣਕ ਸਿੱਟਦੇ ਸੀ, ਹਾਂਜੀ, ਤਾਂ ਤੁਸੀਂ ਇਸ ਵੇਲੇ ਇਹਨਾਂ ਤੋਂ ਲੈਟਰ ਪੈਡ ਤੋਂ ਲਿਖਾ ਕੇ ਕੁਛ ਤਾਂ ਲੈਂਦੇ ਹੋਵੋਗੇ ਨਾ ਇਹਨਾਂ ਤੋਂ? ਲੈਟਰ ਪੈਡ ਤੇ ਲਿਖਾ ਕੇ ਲੈਂਦੇ ਸੀ, ਉਹ ਇਹਨਾਂ ਨੇ ਸਾਤੋਂ ਵਾਪਸ ਕਰਾ ਲਏ, ਸਾਨੂੰ ਆ ਪਰਨੋਟ ਕਰਾਤੀ। ਲੈਟਰ ਪੈਡ ਦੀ ਕੋਈ ਫੋਟੋਕਾਪੀ ਹੈ? ਲੈਟਰ ਪੈਡ ਦੀ ਇੱਕ ਕਾਪੀ ਸਾਡੇ ਜੀ ਮੁੰਡੇ ਦੀ ਹੈ ਜੀ। ਆ ਦੇਖੋ, ਇਹ ਕਿਹਨਾਂ ਦੇ ਨਾਮ ਦੀ ਹੈ? ਇਹ ਹਾਕਮ ਸਿੰਘ ਦੇ ਨਾਂ ਤੇ ਆ ਜੀ। ਇਹ ਤੁਹਾਡੇ ਬੇਟੇ ਨੇ? ਹਾਂਜੀ, ਸਾਡੇ ਬੇਟੇ ਆ ਜੀ। ਤਾਂ ਇੱਥੇ ਵੀ ਇੱਕ ਵਾਰ ਨਿਗਾਹ ਮਾਰ ਲਿਓ ਜੀ। ਤਾਂ ਜਾਣੀ ਕਿ ਗੱਲ ਇਹ ਹੈ ਕਿ ਤੁਸੀਂ ਉਹਨਾਂ ਦੇ ਕੋਲ ਫਸਲ ਸਿੱਟਦੇ ਸੀ ਤਾਂ ਉਹ ਤੁਹਾਨੂੰ ਆਪਣੀ ਲੈਟਰ ਪੈਡ ਤੇ ਲਿਖ ਕੇ ਦਿੰਦੇ ਸੀ ਜਿਹੜੇ ਪੈਸੇ ਤੁਹਾਡੇ ਉਹਨਾਂ ਦੇ ਵੱਲ ਰਹਿੰਦੇ ਸੀ? ਹਾਂਜੀ ਹਾਂਜੀ, ਜਿਹੜੇ ਰਹਿ ਜਾਂਦੇ ਸੀ ਜੀ ਉਹ ਸਾਨੂੰ ਪਾਟਰ ਲੈਟਰ ਤੇ ਬਣਾ ਕੇ ਸਾਨੂੰ ਰੁਪਈਏ ਦਾ, ਸਵਾ ਰੁਪਈਏ ਦਾ ਜੀ ਹਿਸਾਬ ਨਾਲ ਕਹਿੰਦੇ ਤੁਹਾਨੂੰ ਵਿਆਜ ਦੇਵਾਂਗੇ ਜੀ। ਨਾ ਸਾਨੂੰ ਅੱਜ ਤਾਈਂ ਵਿਆਜ ਦਿੱਤਾ ਜੀ, ਤੇ ਸਾਡੇ ਪੈਸੇ ਤਾਂ ਕੀ ਦੇਣੇ ਸੀ ਜੀ ਉਹਨਾਂ ਨੇ। ਹਾਂਜੀ, ਉਹ ਤਾਂ ਧਰਮ ਪ੍ਰਚਾਰਕ ਨੇ, ਧਰਮ ਦਾ ਕੰਮ ਕਰਦੇ ਨੇ, ਬਾਬੇ ਨੇ, ਲੋਕਾਂ ਨੂੰ ਸਿੱਧੇ ਰਾਹ ਤੇ ਪਾ। ਇੱਥੇ ਆ ਕੇ ਸਾਨੂੰ ਦੱਸੇ ਜੀ ਵੀ ਇਹ ਬਾਬਾ ਕਿੱਥੋਂ ਦਾ ਆ ਗਿਆ ਜੀ। ਇਹ ਇੱਥੇ ਤਾਂ ਇਹ ਦੂਜਾ ਗੰਦ ਖਿਲਾਰਦਾ ਗਿਆ ਵਾ, ਲੋਕਾਂ ਦੇ ਪੈਸੇ ਦਬੇ ਜੀ। ਇਹਨਾਂ ਨੇ ਕਿਤੇ ਕਮ ਸੇ ਕਮ 1.5-2 ਕਰੋੜ ਰੁਪਈਆ ਦੱਬ ਕੇ ਇੱਥੋਂ ਭੱਜ ਗਏ ਆ ਜੀ। ਇਹ 1.5-2 ਕਰੋੜ ਰੁਪਈਆ ਲੋਕਾਂ ਦਾ ਦੱਬਿਆ। ਹਾਂਜੀ, 1.5-2 ਕਰੋੜ ਰੁਪਈਆ ਲੋਕਾਂ ਦਾ ਦੱਬਿਆ। ਜਿਹੜਾ ਐਸਡੀਐਮ ਸਾਹਿਬ ਦੇ ਵੀ ਜੀ ਅਸੀਂ ਜਾ ਕੇ ਪੇਸ਼ ਹੋਏ ਆ, ਉੱਥੇ ਜਾ ਕੇ ਵੀ ਇਹਨਾਂ ਨੇ ਅਸੀਂ ਭੁਗਤੇ ਆ, ਤੇ ਉੱਥੇ ਵੀ ਇਹਨਾਂ ਨੇ ਕਿਹਾ ਵੀ ਮੈਂ ਦੇਊਂਗਾ, ਪਾਏ ਦੇਊਂਗਾ, ਜਿਉਂ ਦੇਊਂਗਾ, ਐ ਕਹਿ ਕਿਉਂਕਿ ਸਾਨੂੰ ਟਾਲਦਾ ਰਿਹਾ ਹੈ। ਇਹ ਪਰਨੋਟ ਵੀ ਤੁਸੀਂ ਦੇਖੇ ਨੇ, ਤਾਂ ਜਿਹੜੇ
ਲੈਟਰ ਪੈਡ ਦੀਆਂ ਫੋਟੋ ਕਾਪੀਆਂ ਵੀ ਤੁਸੀਂ ਦੇਖੀਆਂ ਨੇ, ਤਾਂ ਜਿਵੇਂ ਕਿਸਾਨ ਆੜਤੀ ਦੇ ਫਸਲ ਸਿੱਟਦਾ ਤਾਂ ਜਿਹੜੇ ਪੈਸੇ ਆੜਤੀ ਦੇ ਵੱਲ ਕਿਸਾਨ ਦੇ ਹੁੰਦੇ ਨੇ ਤਾਂ ਉਹ ਜ਼ਰੂਰ ਲੈਟਰ ਪੈਡ ਤੇ ਲਿਖਾ ਕੇ ਇੱਕ ਪ੍ਰੂਫ ਹੈ ਜਿਹੜਾ ਉਹ ਆਪਣੇ ਕੋਲ ਰੱਖ ਲੈਂਦਾ ਹੈ। ਤਾਂ ਜਿਵੇਂ ਬਾਬਾ ਜੀ ਨੇ ਦੱਸਿਆ ਹੈ ਕਿ ਲੈਟਰ ਪੈਡ ਆ ਜਿਹੜੀ ਇਹਨਾਂ ਤੋਂ ਲੈ ਲਈ ਗਈ ਹੈ, ਪ੍ਰਨੋਟ ਦੇ ਦਿੱਤੇ ਗਏ ਨੇ, ਤਾਂ ਪ੍ਰਨੋਟ ਦੀ ਜਿਹੜੀ ਮਾਨਤਾ ਹੈ ਉਹ 3 ਸਾਲ ਦੀ ਹੁੰਦੀ ਹੈ। ਤੇ ਬਾਬਾ ਜੀ ਫਿਰ 3 ਸਾਲ ਬਾਅਦ ਤੁਹਾਡੀ ਇਸ ਪ੍ਰਨੋਟ ਦੀ ਜਿਹੜੀ ਮਾਨਤਾ ਉਹ ਖਤਮ ਹੋ ਗਈ, ਫਿਰ ਕੋਰਟਾਂ ਕਚਹਿਰੀਆਂ ਦੇ ਵੀ ਹੱਥ ਖੜੇ ਹੋ। ਹਾਂਜੀ, ਕੋਰਟਾਂ ਕਚਹਿਰੀਆਂ ਵਾਲੇ ਕਹਿੰਦੇ ਵੀ ਅਸੀਂ ਇਹ ਤਾਂ ਕਰ ਨਹੀਂ ਸਕਦੇ, ਤੇ ਫਿਰ ਅਸੀਂ ਉਹ 420 ਦਾ ਇਹ ਤੇ ਦਾਵਾ ਕਰਤਾ ਜੀ। ਅਸੀਂ ਸਾਰੇ ਜਾਣੇ ਬੋਲੇ ਉੱਥੇ ਜਾ ਕੇ, ਫਿਰ ਇਹ ਤੇ ਕੇਸ ਚੱਲਦਾ ਰਿਹਾ। ਫਿਰ ਇਹਨੇ ਸਾਡੇ ਨਾਲ ਜੀ ਇੱਕੋ ਸੰਪਰਕ ਕਰ ਲਿਆ, ਇਹਨਾਂ ਦਾ ਪਾਸਪੋਰਟ ਫੜਿਆ ਗਿਆ, ਸਾਰਾ ਕੁਝ ਜੀ ਫੜਵਾਇਆ, ਤੇ ਫਿਰ ਇਹਨਾਂ ਨੇ ਸਾਨੂੰ ਜਾਂਦੀ ਸਾਡੇ ਨਾਲ ਇਹ ਕੀਤੀ ਗੱਲ, ਸੰਪਰਕ ਕੀਤਾ ਵੀ ਤੁਸੀਂ ਜਾਂ ਤੋਂ 40 ਲੈ ਲਓ ਤੇ 60 ਤੁਹਾਨੂੰ ਅਸੀਂ ਬਾਅਦ ਚ ਦੇ ਦਿਆਂਗੇ। ਤੁਹਾਨੂੰ ਇਹਨਾਂ ਨੇ ਜਦੋਂ ਤੁਸੀਂ ਇਹਨਾਂ ਦੇ ਕੇਸ ਕੀਤੇ, ਇਹ ਬਾਹਰ ਗਏ ਵੇ ਸੀ ਉਸ ਵੇਲੇ? ਇਹ ਗੁਰਵਿੰਦਰ ਸਿੰਘ ਬਾਹਰ ਸੀ ਜੀ, ਤੇ ਬਾਪ ਇਹਦਾ ਇੱਧਰ ਸੀ ਜੀ। ਉਹਨਾਂ ਦੇ ਪਿਤਾ ਨੂੰ ਫਿਰ ਇੱਧਰ ਜੇਲ੍ਹ ਹੁੰਦੀ ਹੈ, ਉਸ ਤੋਂ ਬਾਅਦ ਇਹ ਤੁਹਾਨੂੰ ਇਹ ਜਿਹੜੇ ਪ੍ਰਨੋਟ ਨੇ ਉਹ ਲਿਖ ਕੇ ਦਿੰਦੇ ਨੇ ਕਿ ਸਾਡੇ ਤੋਂ ਪਹਿਲਾਂ ਗੁਰਵਿੰਦਰ ਸਿੰਘ ਲਿਖ ਕੇ ਦੇ ਗਿਆ ਸੀ ਜੀ, ਪਹਿਲਾਂ ਗੁਰਵਿੰਦਰ ਸਿੰਘ ਲਿਖ ਕੇ ਦੇ ਗਿਆ ਸੀ ਸਾਨੂੰ ਪ੍ਰਨੋਟ। ਉਸ ਤੋਂ ਬਾਅਦ 40 ਪੈਸੇ ਤੁਹਾਨੂੰ ਇਹਨਾਂ ਨੇ ਮੋੜ ਦਿੱਤੇ? ਹਾਂ, ਉਦੋਂ ਮਗਰੋਂ 40 ਪੈਸੇ ਸਾਨੂੰ ਮੋੜੇ ਆ ਜੀ। ਹਾਂਜੀ, ਸਾਰੇ ਨਹੀਂ ਦਿੱਤੇ? ਨਹੀਂ, ਸਾਰੇ ਨਹੀਂ ਜੀ ਦਿੱਤੇ, ਕੋਈ ਵਿਆਜ ਨਹੀਂ, ਕੁਛ ਨਹੀਂ, ਸਾਨੂੰ ਕੁਛ ਵੀ ਨਹੀਂ ਦਿੱਤਾ ਜੀ ਇਹਨਾਂ ਨੇ। ਬਸ 40% ਕਹਿ ਕੇ ਸਾਨੂੰ ਉਹਨੇ ਸਾਨੂੰ ਕਹਿੰਦੇ ਵੀ ਫੇਰ ਤੁਹਾਨੂੰ ਦੇਵਾਂਗੇ ਲਾਰੇ ਲਾ ਕੇ ਸਾਨੂੰ ਸਾਰਿਆਂ ਨੂੰ ਪ੍ਰੇਰ ਲਿਆ ਜੀ। ਗੱਲ ਖਤਮ। ਹੁਣ ਕਦੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ? ਨਹੀਂ, ਹੁਣ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਇਹਨਾਂ ਨੇ ਸੰਪਰਕ ਸਾਡੇ ਨਾਲ ਕੀਤਾ ਨਹੀਂ ਜੀ। ਹਾਂਜੀ ਬਾਬਾ ਜੀ, ਤੁਹਾਡੇ ਨਾਲ ਕੀ ਘਟਨਾ ਵਾਪਰਦੀ ਹੈ? ਤੁਸੀਂ ਇਹਨਾਂ ਨਾਲ ਕਿਵੇਂ ਜੁੜਦੇ ਹੋ? ਗੁਰਵਿੰਦਰ ਸਿੰਘ ਬੰਟੀ ਬਰਾੜ ਹੋਰਾਂ ਨਾਲ ਤੁਸੀਂ ਜੁੜਦੇ ਕਿਵੇਂ ਹੋ? ਤੁਹਾਡੇ ਨਾਲ ਕੀ ਧੋਖਾ ਕੀਤਾ? ਹੁਣ ਜੀ ਇਹ ਦਰਸ਼ਨ ਸਿੰਘ ਕੋਲੇ ਬੈਠੇ ਆ, ਇਹਨਾਂ ਦੇ ਕਰਕੇ ਮਤਲਬ ਇਹਨੂੰ ਅਸੀਂ ਜਾਣਦੇ, ਪੈਸੇ ਰੱਖੇ ਗਏ ਤੇ ਗੱਲ ਕੀ ਸੀ, ਅਸੀਂ ਜੈਪੁਰ ਰਹਿੰਦੇ ਸੀ, ਟਰੱਕ ਚਲਾਉਂਦੇ ਸੀ, ਉੱਥੇ ਸਾਡੀ ਕੋਠੀ ਸੀ, ਉਹ ਜਦੋਂ ਵੇਚੀ ਤੇ ਪੈਸੇ ਕੋਲੇ ਸੀਗੇ, ਫਿਰ ਇਹਨਾਂ ਨੇ ਨਾ ਰਹਿ ਕਰਕੇ ਇਹਦੇ ਰੁਪਏ 2 ਲੱਖ ਰੱਖਤਾ ਸੀਗਾ ਵਿਆਜ ਤੇ? ਹਾਂਜੀ, ਵਿਆਜ ਤੇ ਰੱਖਤਾ ਸੀਗਾ। ਕਿਹੜੇ ਸੰਨ ਦੀ ਗੱਲ ਹੈ ਇਹ ਜੀ 98 ਸੰਨ ਦੀ ਗੱਲ ਹੈ ਜੀ। 98 ਸੰਨ ਦੇ ਵਿੱਚ ਅਸੀਂ ਪੈਸੇ ਰੱਖੇ ਸੀ ਇਹਦੇ ਕੋਲੇ ਜੀ। ਗੁਰਭਾਗ ਸਿੰਘ ਬਰਾੜ ਦੀ ਜਦੋਂ ਆੜਤ ਹੁੰਦੀ ਸੀ? ਹਾਂਜੀ, ਉਦੋਂ ਉਹਦੀ ਆੜਤ ਸੀਗੀ, ਉਦੋਂ ਪੈਸੇ ਰੱਖੇ ਸੀ। ਤੇ ਮੁੜ ਕੇ ਮੈਨੂੰ ਪਤਾ ਵੀ ਮਿੱਠੇ ਬਹੁਤ ਆ ਜੀ, ਇਹ ਉੱਪਰੋਂ ਹੋਰ ਆ ਵਿੱਚੋਂ ਹੋਰ ਆ। ਜਦੋਂ ਇਹਨਾਂ ਕੋਲ ਪੈਸੇ ਪੁੱਛਣੇ, ਤੁਹਾਨੂੰ ਦੇ ਦਾਂਗੇ, ਘਰ ਦੀ ਗੱਲ ਐ ਫਲਾਂ ਤਾਂ ਲਾਰੇ ਹੀ ਲਾਉਂਦੇ ਰਹੇ ਆ ਸਾਨੂੰ। ਵਿਆਜ ਲੈਂਦੇ ਰਹੇ? ਵਿਆਜ ਕੁਛ ਨਹੀਂ ਦਿੱਤਾ ਇਹਨਾਂ ਨੇ। ਇਹਨੇ ਸਿਰਫ ਜਦੋਂ ਫੈਸਲਾ ਹੋਇਆ ਉਦੋਂ 40% ਪੈਸੇ ਦਿੱਤੇ ਆ, ਤੇ ਕਹਿੰਦੇ ਬਾਕੀ ਜਦੋਂ ਸਾਡੇ ਕੋਲ ਹੋਏ ਅਸੀਂ ਤੁਹਾਨੂੰ ਦੇ ਦਾਂਗੇ 60% ਜਿਹੜੇ ਬਚਦੇ ਸੀ। ਹਾਂ, ਤੇ ਬਾਕੀ ਮੇਰੇ ਘਰ ਵਾਲੀ ਦਾ ਮਾਮਾ ਜਿਹੜਾ, ਉਹਦਾ ਵੀ 7 ਲੱਖ ਰੁਪਈਆ ਇਹਦੇ ਕੋਲ ਹੀ ਆ ਜੀ। ਉਹ ਵਿਚਾਰਾ ਮਰ ਗਿਆ, ਹੁਣ ਇਹੀ ਏਜ ਦੇ ਵਿੱਚ ਮਰਿਆ ਵੀ ਮੇਰੇ ਪੈਸੇ ਦੱਬ ਗਏ, ਤੇ ਉਹ ਵਿਚਾਰਾ ਇੱਕ ਨਹੀਂ ਮਰ ਗਿਆ, ਨਹੀਂ ਉਹ ਮਰਨ ਵਾਲਾ ਹੈ ਨਹੀਂ ਸੀ। ਹਾਂਜੀ ਕਿਹੜੇ ਸੰਨ ਦੇ ਵਿੱਚ ਗੁਰਿੰਦਰਪਾਲ ਸਿੰਘ ਬੰਟੀ ਬਾਬਾ ਇਹ ਬਾਹਰ ਚਲੇ ਗਏ, ਨਿਊਜ਼ੀਲੈਂਡ ਚਲੇ ਗਏ? ਇਹ ਜੀ ਮੇਰਾ ਇਹ ਪ੍ਰਨੋਟ ਮੈਨੂੰ ਕਰਾ ਕੇ ਉਦੋਂ ਮਗਰੋਂ ਚਲੇ ਗਏ ਆ ਜੀ। ਹਾਂਜੀ, ਤੁਹਾਡੇ ਏਰੀਏ ਦੇ ਸੀ? ਤੁਹਾਨੂੰ ਕਦੋਂ ਪਤਾ ਲੱਗਿਆ ਕਿ ਉਹ ਬਾਹਰ ਚਲੇ ਗਏ? ਜਿਵੇਂ ਸਾਨੂੰ ਇਹਨਾਂ ਦੇ ਗਿਆ ਤੋਂ ਮਗਰੋਂ ਜੀ ਤਕਰੀਬਨ 15-20 ਦਿਨ ਮਗਰੋਂ ਪਤਾ ਲੱਗਾ ਜੀ ਵੀ ਚਲਿਆ ਗਿਆ ਉਹ ਤਾਂ। ਹਾਂਜੀ, ਇੱਕ ਵਾਰ ਕਹਾਣੀ ਫਿਰ ਤੋਂ ਆ ਜਿਹੜੀ ਉਹ ਸਾਫ਼ ਕਰਨੀ ਚਾਹੁੰਦਾ। ਤੁਸੀਂ ਇਹਨਾਂ ਦੇ ਕੋਲ ਆੜਤ ਕਰਦੇ ਸੀ, ਤੇ ਆੜਤ ਕਰਦੇ ਤੁਸੀਂ ਇਹਨਾਂ ਦੇ ਕੋਲ ਫਸਲਾਂ ਸਿੱਟਣੀਆਂ, ਫਸਲਾਂ ਸਿੱਟਦੇ ਵੇਲੇ ਜਿਹੜੇ ਪੈਸੇ ਤੁਹਾਡੇ ਇਹਨਾਂ ਦੇ ਵੱਲ ਵੱਧ ਜਾਂਦੇ ਸੀ, ਤੁਸੀਂ ਉਹਨਾਂ ਦੇ ਇਹਨਾਂ ਤੋਂ ਲੈਟਰ ਪੈਡ ਤੇ ਲਿਖਾ ਕੇ ਲੈ ਲੈਂਦੇ ਸੀ, ਹਨਾ? ਤੇ ਇਹ ਇੱਕ ਕਿੰਨੇ ਕੁ ਸੰਨ ਤੱਕ ਤੁਸੀਂ ਇਹਨਾਂ ਤੋਂ ਲਿਖਾ ਕੇ ਲੈਂਦੇ ਰਹੇ? ਰੌਲਾ ਅਸਲ ਦੇ ਵਿੱਚ ਕਿਹੜੇ ਸੰਨ ਤੋਂ ਸ਼ੁਰੂ ਹੋਇਆ? ਰੌਲਾ ਜੀ ਤਕਰੀਬਨ ਮੇਰਾ ਮੈਂ ਦਿਖਾ ਦਿੰਦਾ ਕਦੋਂ ਤੋਂ ਸ਼ੁਰੂ ਹੋਇਆ। ਸਾਨੂੰ ਉੱਤੇ ਇਹਨਾਂ ਦਾ ਪੂਰਾ ਵਿਸ਼ਵਾਸ ਚੱਕਿਆ ਗਿਆ ਜਦੋਂ ਇਹ ਸਾਨੂੰ ਇਹਨਾਂ ਨੇ ਪ੍ਰਨੋਟ ਕਰਾਤਾ ਜੀ 12/1 ਚ। ਪਰ ਉਦੋਂ ਮਗਰੋਂ ਜਦੋਂ ਅਸੀਂ ਪੁੱਛਿਆ ਦੇ ਦੂੰਗਾ, ਫਿਰ ਇਹਨਾਂ ਨੇ ਸਾਨੂੰ 3 ਦੇ ਵਿੱਚ ਤਾਂ ਜਮਾ ਹੀ ਜਵਾਬ ਦਿੱਤਾ ਜੀ। ਕਿੰਨੇ ਲੱਖ ਰੁਪਈਆ ਸੀ ਕੁੱਲ ਇਹਨਾਂ ਦੇ? ਇਹਨਾਂ ਵੱਲ ਮੇਰਾ 5.5 ਲੱਖ ਰੁਪਈਆ ਸੀ। ਹਾਂਜੀ, ਤੇ ਪ੍ਰਨੋਟ ਤਾਂ 4 ਲੱਖ ਦੇ ਕੀਤੇ ਨੇ। ਇੱਕ ਹੁੰਡੀ ਸੀਗੀ ਜੀ। ਹਾਂਜੀ, ਇੱਕ ਸਾਡੇ ਮੁੰਡੇ ਦੇ ਨਾਂ ਦੀ ਹੁੰਡੀ ਸੀ ਜੀ। ਉਹਦਾ ਕੀ ਬਣਿਆ? ਉਹਦਾ ਕੁਝ ਵੀ ਨਹੀਂ ਜੀ, ਉਹਦਾ ਨੂੰ ਕੁਝ ਵੀ ਨਹੀਂ ਮਿਲਿਆ। ਹਾਂਜੀ, 4 ਲੱਖ ਦੇ ਪ੍ਰਨੋਟ 2001 ਸੰਨ ਦੇ ਵਿੱਚ ਤੁਹਾਨੂੰ ਇਹ ਦਿੱਤੇ, ਤੇ ਉਸ ਤੋਂ ਬਾਅਦ ਇਹ ਬਾਹਰ ਚਲੇ ਜਾਂਦੇ ਨੇ। ਬਾਹਰ ਕਿਹੜੇ ਸੰਨ ਦੇ ਵਿੱਚ? ਇਹ ਤਕਰੀਬਨ ਜੀ ਬਸ 2 ਦਾ ਹੀ ਚਲੇ ਗਏ ਆ ਜੀ ਇਹ। ਹਾਂਜੀ, ਉਸ ਤੋਂ ਬਾਅਦ ਕਿਹੜੇ ਸੰਨਾਂ ਦੇ ਵਿੱਚ ਇਹਨਾਂ ਨੇ ਬਾਹਰੋਂ ਇੰਡੀਆ ਦੇ ਵਿੱਚ ਗੇੜੇ ਮਾਰੇ ਨੇ, ਜਿਹੜੀ ਤੁਸੀਂ ਗੱਲ ਕਰਦੇ ਹੋ ਤੁਸੀਂ ਇਹਨਾਂ ਨੂੰ ਮਿਲਦੇ ਰਹੇ? ਇੰਨਾ ਤਾਂ ਹੁਣ ਮੈਨੂੰ ਪੱਕਾ ਪਤਾ ਨਹੀਂ ਜੀ। ਇਹਨੂੰ 4 ਸਾਲ ਹੋ ਗਏ ਜੀ। ਉਦੋਂ ਇਹ ਸਾਡੇ ਪਿੰਡ ਵੀ ਆਇਆ ਸੀ, ਇੱਥੇ ਉਹਦੇ ਦੀਵਾਨ ਲਾ ਕੇ ਗਿਆ। ਉਹ ਦੂਜਾ ਵੀ ਹੁਣ ਇਹ ਤਾਂ ਮੈਨੂੰ ਤਰੀਕਾਂ ਤਾਂ ਇੰਨੀਆਂ ਵਾਲੀਆਂ ਯਾਦ ਨਹੀਂ ਹੈ ਜੀ। ਪ੍ਰਚਾਰਕ ਹੁੰਦੇ ਨੇ ਜਾਂ ਜਿਹੜੇ ਗੁਰੂ ਦੇ ਲੜ ਲੱਗੇ ਵੀ ਹੁੰਦੇ ਨੇ, ਜਿਹੜੇ ਲੋਕਾਂ ਨੂੰ ਗੁਰੂ ਦੇ ਲੜ ਲਾਉਂਦੇ ਨੇ, ਆਪਾਂ ਬਾਬੇ ਕਹਿ ਲੈਂਦੇ ਆ, ਹਨਾ? ਗੁਰੂ ਦੇ ਸਿੱਖ ਕਹਿ ਲੈਂਦੇ ਆ, ਗੁਰੂ ਦੇ ਪ੍ਰਚਾਰਕ ਕਹਿ ਲੈਂਦੇ ਆ। ਉਹ ਤਾਂ ਮੋਹ ਮਾਇਆ ਤੋਂ ਬੜੇ ਉੱਪਰ ਹੁੰਦੇ ਨੇ। ਉਹ ਤਾਂ ਦੁਨੀਆ ਨੂੰ ਸਿੱਧੇ ਰਾਹ ਤੇ ਪਾਉਂਦੇ ਆ ਕਿ ਮੋਹ ਮਾਇਆ ਨੂੰ ਛੱਡੋ, ਜਿਹੜੇ ਸੰਗਤ ਆ ਜਾਂ ਲੋਕ ਨੇ ਉਹਨਾਂ ਦਾ ਭਲਾ ਕਰੋ। ਇਹ ਤਾਂ ਬਹੁਤ ਲਾਲਚੀ ਬੰਦੇ ਆ ਜੀ।
ਇਹਨਾਂ ਨਾਲ ਜਿਹੜਾ ਵਰਤਦਾ ਉਹਨਾਂ ਨੂੰ ਵੱਧ ਪਤਾ ਲੱਗਦਾ। ਇਹ ਬਾਬੇ ਕੋਈ ਬਾਬਾ ਨਹੀਂ ਹੈ ਜੀ। ਜਿਹੜਾ ਗੁਰਮੁਖ ਬੰਦਾ ਉਹ ਤਾਂ ਪੈਸਿਆਂ ਕਨੀ ਝਾਕਦਾ ਵੀ ਨਹੀਂ ਹੈ। ਇਹ ਤਾਂ ਪੈਸੇ ਪੈਸੇ ਤਾਂ ਕਰੀ ਜਾਂਦੇ ਆ ਸਾਰਾ ਟੱਬਰ। ਪਿਓ ਉਦੋਂ ਆ, ਪੁੱਤ ਉਦੋਂ ਆ। ਤੁਹਾਡੀ ਜਿਵੇਂ ਇੱਥੇ ਇਹਨਾਂ ਨਾਲ ਆੜਤਣ ਵਧੀਆ ਵਰਤਾਅ ਸੀ, ਤਾਂ ਕੋਈ ਹੈ ਪੁਰਾਣੀਆਂ ਯਾਦਾਂ ਇਹਨਾਂ ਦੀਆਂ, ਜਾਂ ਮਤਲਬ ਵੀ ਕੋਈ ਤਸਵੀਰ ਜਿਹੜੀ ਤੁਸੀਂ ਦਿਖਾ ਸਕੋ ਪੁਰਾਣੀ ਇਹਨਾਂ ਦੇ ਕੋਲ? ਇਹ ਵਿਆਹ ਸ਼ਾਦੀਆਂ ਆਉਂਦੇ ਰਹੇ ਆ ਤੇ ਅਸੀਂ ਦੂਜਾ ਆਪ ਵਿੱਚ ਹੀ ਵਰਤ ਵਤਾਵਾ ਵੀ ਗਏ। ਅਸੀਂ ਵੀ ਇਹਨਾਂ ਦੇ ਵਿਆਹ 'ਚ ਜਾਂਦੇ ਰਹੇ ਆ। ਇਹ ਬੰਟੀ ਦੇ ਵਿਆਹ 'ਚ ਵੀ ਗਏ ਸੀ ਅਸੀਂ। ਤੇ ਇਹੋ ਜਿਹੀ ਤਾਂ ਗੱਲ ਨਹੀਂ ਸੀ ਇਹ ਕੋਈ ਵੀ ਦੂਜਾ ਆਉਣੀ ਜਾਣੀ ਨੇ। ਤੁਹਾਨੂੰ ਮੈਂ ਦਿਖਾ ਦੇਣਾ, ਆਹ ਫੋਟੋ ਵੀ ਇੱਕ ਹੈਗਾ ਮੇਰੇ ਕੋਲੇ ਉਹਦਾ, ਬੰਟੀ ਦਾ। ਸਾਡੇ ਪੁਰਾਣੀਆਂ ਫੋਟੋਆਂ ਤਾਂ ਭੁੱਲ ਜਾਂਦੀਆਂ। ਆਹ ਦੇ ਆਹ ਫੋਟੋ ਆ ਜੀ। ਇੱਥੇ ਕਿਹੜੀ ਫੋਟੋ, ਇਹਨਾਂ 'ਚ ਕਿਹੜੀ ਫੋਟੋ ਹੈ? ਇਹਨਾਂ 'ਚੋਂ ਆ ਕਾਲੀ ਪੱਗ ਵਾਲੀ ਫੋਟੋ ਆ ਜੀ। ਹਾਂਜੀ, ਹੁਣ ਦਾ ਚਿਹਰਾ ਵੀ ਜਿਹੜਾ ਆਹ ਚਿਹਰਾ ਹੈ, ਤੇ ਹੁਣ ਦਾ ਚਿਹਰਾ ਵੀ ਅਸੀਂ ਤੁਹਾਨੂੰ ਵਿੱਚ ਦਿਖਾਵਾਂਗੇ ਕਿ ਹੁਣ ਜਿਹੜਾ ਗੁਰਿੰਦਰਪਾਲ ਸਿੰਘ ਬੰਟੀ ਬਾਬਾ, ਉਹ ਕਿਵੇਂ ਨੇ ਨਿਊਜ਼ੀਲੈਂਡ ਦੇ ਵਿੱਚ ਕੀ ਕਰ ਰਹੇ ਨੇ, ਤੇ ਉਹਨਾਂ ਦੇ ਉੱਤੇ ਇਹ ਜਿਹੜੇ ਬਜ਼ੁਰਗ ਨੇ ਵੱਡੇ ਇਲਜ਼ਾਮ ਲਗਾ ਰਹੇ ਨੇ। ਵੱਡੇ ਇਲਜ਼ਾਮਾਂ ਦੇ ਨਾਲ ਨਾਲ ਜਿਹੜੇ ਸਬੂਤ ਨੇ ਉਹ ਵੀ ਉਹ ਦਿਖਾ ਰਹੇ ਨੇ ਕਿ ਕਿਵੇਂ ਉਹਨਾਂ ਦੇ ਕੋਲੋਂ ਇਹਨਾਂ ਦੇ ਪੈਸੇ ਇਹਨਾਂ ਦੇ ਪਿਤਾ ਵੱਲ ਸੀ, ਜਾਂ ਆੜਤ ਇਹਨਾਂ ਦੇ ਪਰਿਵਾਰ ਦੀ ਆੜਤ ਕੀਤੀ ਜਾਂਦੀ ਸੀ, ਤੇ ਆੜਤ ਦੇ ਵਿੱਚ ਇਹਨਾਂ ਦੇ ਝੋਨਾ ਜਾਂ ਜਿਹੜਾ ਕਣਕ ਹੈ ਉਹਨਾਂ ਦੇ ਸਿੱਟਦੇ ਸੀ, ਤਾਂ ਉਹਨਾਂ ਦੇ ਵੱਲ ਜਿਹੜੇ ਪੈਸੇ ਹੁੰਦੇ ਸੀ ਤਾਂ ਉਸਦੇ ਇਹ ਲੈਟਰ ਪੈਡ ਤੇ ਲਿਖਾ ਕੇ ਲੈ ਲੈਂਦੇ। ਤੇ ਜਦੋਂ ਇਹਨਾਂ ਨੇ ਆਪਣੇ ਪੈਸੇ ਮੰਗੇ ਤਾਂ ਉਹਨਾਂ ਨੇ ਲੈਟਰ ਪੈਡਾਂ ਜਿਹੜੀਆਂ ਇਹਨਾਂ ਤੋਂ ਵਾਪਸ ਲੈ ਲਈਆਂ ਤੇ ਉਹਨਾਂ ਦੇ ਪ੍ਰਨੋਟ ਕਰਾ ਕੇ ਦੇ ਦਿੱਤੇ। ਬਾਬਾ ਜੀ, ਉਸ ਵੇਲੇ ਇਸ ਗੱਲ ਦਾ ਗਿਆਨ ਸੀ ਕਿ ਪ੍ਰਨੋਟ 3 ਸਾਲ ਵਾਸਤੇ ਹੀ ਵੈਲਿਡ ਹੁੰਦੇ ਨੇ? ਗਿਆਨ ਤਾਂ ਜ਼ਰੂਰ ਸੀਗਾ। ਅਸੀਂ ਆਖਿਆ ਵੀ ਪ੍ਰਨੋਟ ਦੀ ਬੁਨਿਆਦ ਵੀ ਇਹਦੇ ਬੰਦੇ ਦੇ ਪੱਕੇ ਹੋ ਜਾਂਦੇ ਆ ਪੈਸੇ। ਤੇ ਅਸੀਂ ਆਖਿਆ ਵੀ ਸ਼ਾਇਦ ਗੁੰਡੀ ਦੇ ਪੱਕੇ ਨਹੀਂ ਹੁੰਦੇ ਹੋਣੇ ਪੈਸੇ, ਵੀ ਇਹ ਤਾਂ ਆਪਣੀ ਹੈਗੀ ਆ ਯਾਦਦਾਸ਼ਤੀ ਆ। ਇਸ ਕਰਕੇ ਅਸੀਂ ਵੀ ਪ੍ਰਨੋਟ ਕਰਵਾ ਲਏ। ਇੱਕ ਸਰਕਾਰੀ ਦਸਤਾਵੇਜ਼? ਹਾਂ, ਜਦ ਸਰਕਾਰੀ ਹੋ ਜਾਊਗਾ, ਇਸ ਕਰਕੇ ਅਸੀਂ ਕਰਵਾਈ ਸੀ। ਪਿੱਛੇ ਜਿਹੇ ਦਿਨੀ ਨਿਊਜ਼ੀਲੈਂਡ ਦੇ ਵਿੱਚ ਵੀ ਉਹਨਾਂ ਦਾ ਬੜਾ ਵਿਰੋਧ ਹੋਇਆ। ਨਿਊਜ਼ੀਲੈਂਡ ਦੇ ਵਿੱਚ ਵੀ ਅਸੀਂ ਵੀਡੀਓਜ਼ ਦੇਖੀਆਂ ਨੇ ਕਿ ਬਹੁਤ ਸਾਰੇ ਜਿਹੜੇ ਸਿੱਖ ਨੇ ਉਹਨਾਂ ਦੇ ਖਿਲਾਫ ਗੱਲਾਂ ਕਰ ਰਹੇ ਨੇ ਕਿ ਸਾਡਾ ਪੈਸਾ ਦਿਓ ਜਾਂ ਸਾਡੇ ਨਾਲ ਇਨਸਾਫ ਦਿਓ, ਸਾਨੂੰ ਸਾਡੇ ਹੱਕ ਦਿਓ। ਤਾਂ ਤੁਹਾਡੇ ਨਾਲ ਉਹਨਾਂ ਦੇ ਲੋਕਾਂ ਨੇ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ? ਤੁਸੀਂ ਉੱਧਰ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ? ਨਹੀਂ ਜੀ, ਅਸੀਂ ਉਹਨਾਂ ਦੇ ਨਾਲ ਸੰਪਰਕ ਨਹੀਂ ਜੀ ਕੀਤਾ ਕੋਈ, ਨਹੀਂ ਜੀ। ਅੱਛਾ, ਕਿਸੇ ਵੱਡੀ ਸਿੱਖ ਸੰਸਥਾ ਦੇ ਨਾਲ ਸੰਪਰਕ ਕੀਤਾ? SGPC ਦੇ ਨਾਲ? ਹੋਰ ਵੀ ਵੱਡੀਆਂ ਸਿੱਖ ਸੰਸਥਾਵਾਂ ਨੇ ਕਿ ਧਰਮ ਦੇ ਨਾਂ ਤੇ, ਜਾਂ ਇੱਕ ਅਜਿਹਾ ਵਿਅਕਤੀ ਜਿਹੜਾ ਸਾਡੇ ਨਾਲ ਠੱਗੀ ਮਾਰ ਗਿਆ, ਅੱਜ ਉਹ ਹੁਣ ਧਰਮ ਦਾ ਪ੍ਰਚਾਰ ਕਰਨ ਦੀ ਗੱਲ ਆਖ ਰਿਹਾ, ਜਾਂ ਧਰਮ ਦੇ ਪ੍ਰਚਾਰ ਦਾ ਚੋਲਾ ਪਾਇਆ ਵੀ ਪਰ ਜਿਹੜੀ ਸਾਡੇ ਨਾਲ ਇਨਸਾਫ ਅਜੇ ਤੱਕ ਨਹੀਂ ਕੀਤਾ, ਸਾਡੇ ਪੈਸੇ ਅਜੇ ਤੱਕ ਨਹੀਂ ਮੋੜੇ, ਵੀ ਪਹਿਲਾਂ ਇਹ ਜਿਹੜਾ ਕਰਵਾਇਆ ਜਾਵੇ? ਇਹ ਜੀ ਅਸੀਂ ਹੋਰ ਤਾਂ ਨਹੀਂ ਕਿਸੇ ਨਾਲ ਕੀਤਾ। ਅਸੀਂ ਜਿਹੜੇ ਇਹਨਾਂ ਦੇ ਆਪਣੇ ਆੜ੍ਹਤੀਆਂ ਦਾ ਪ੍ਰਧਾਨ ਸਾਹਿਬ ਸੀਗਾ ਜੀ ਉਸ ਟਾਈਮ ਦੇ, ਤੇ ਉਹਨਾਂ ਨਾਲ ਅਸੀਂ ਜ਼ਰੂਰ ਸੰਪਰਕ ਕੀਤਾ ਸੀਗਾ। ਉਹ ਕਹਿੰਦੇ ਸੀਗੇ ਵੀ ਅਸੀਂ ਇਹਨੂੰ ਕਹਾਂਗੇ, ਅਸੀਂ ਇਹਨੂੰ ਤੁਹਾਨੂੰ ਪੈਸੇ ਤਾਂ ਨਹੀਂ ਦਵਾ ਸਕਦੇ, ਵੀ ਅਸੀਂ ਕਹਿ ਸਕਦੇ ਹਾਂ, ਅਸੀਂ ਕਹਿ ਦਿੰਦੇ ਹਾਂ। ਕਿਹਾ ਦੇ ਦੂੰਗਾ ਕਹਿੰਦਾ ਰਿਹਾ ਜੀ, ਨਹੀਂ, ਇਹਨੇ ਕੋਈ ਅਸਰ ਨਹੀਂ ਜੀ ਇੱਥੇ ਕੀਤਾ। ਉਦੋਂ ਮਗਰੋਂ ਇਸ ਦੁਕਾਨ ਛੱਡ ਕੇ ਭੱਜ ਗਿਆ ਜੀ। ਇਦਾਂ ਨਹੀਂ ਹੁੰਦਾ ਕਿ ਜਿਵੇਂ ਆੜ੍ਹਤੀਏ ਨੇ, ਆਪਾਂ ਇੱਕ ਆੜ੍ਹਤੀਏ ਦੇ ਪੈਸੇ ਦੇਣੇ, ਹੁਣ ਆਪਾਂ ਦੂਜੇ ਆੜ੍ਹਤੀਏ ਦੇ ਫਸਲ ਸਿੱਟਦੇ ਹਾਂ ਤਾਂ ਆਪਾਂ ਨੂੰ ਫਸਲ ਸਿੱਟਣ ਨਹੀਂ ਆਉਂਦਾ ਕਿ ਫਲਾਣੇ ਆੜ੍ਹਤੀਏ ਕੋਲ ਵਾਪਸ ਜਾਓ, ਉਹਦੇ ਪਹਿਲਾਂ ਪੈਸੇ ਦੇ ਕੇ? ਹਾਂਜੀ, ਤੇ ਸਾਡੇ ਇਹ ਤਾਂ ਭੱਜ ਗਿਆ ਆਪ ਜੀ। ਇਹਨੇ ਕੀ ਕਹਿਣਾ ਸੀ? ਅਸੀਂ ਕਿਹੜਾ ਇਹਨਾਂ ਦੇ ਦੇਣੇ ਸੀ, ਤੇ ਇਹ ਤੋਂ ਲੈਣੇ ਸੀ। ਹਾਂਜੀ। ਤੇ ਧਰਮ ਪ੍ਰਚਾਰ ਦਾ ਕੰਮ ਇਹਨਾਂ ਨੇ ਨਿਊਜ਼ੀਲੈਂਡ ਜਾ ਕੇ ਸ਼ੁਰੂ ਕੀਤਾ। ਜਿਵੇਂ ਆਖਦੇ ਨੇ ਕਿ ਅਸੀਂ ਪ੍ਰਚਾਰ ਕਰਦੇ ਹਾਂ ਕਿ ਉੱਥੇ ਜਾ ਕੇ ਬਾਬੇ ਬਣ ਗਏ, ਤਾਂ ਕਿਵੇਂ ਦੇਖਦੇ ਹੋ ਕਿ ਇੱਕ ਕਹਾਵਤ ਵੀ ਬਣ ਜਾਂਦੀ ਹੈ ਕਿ 100 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਹੈ, ਤਾਂ ਇਹ ਕਹਾਵਤਾਂ ਢੁਕਦੀਆਂ ਮੰਨਦੇ ਹੋ ਕਿ ਜਾਂ ਤੁਹਾਡੇ ਨਾਲ ਹਜੇ ਤੱਕ ਇਨਸਾਫ ਹੋਇਆ ਨਹੀਂ? ਜਾਂ ਜੇਕਰ ਮੰਨ ਲਓ ਬੰਦੇ ਦੇ ਵਿੱਚ ਸੁਧਾਰ ਆਉਂਦੇ ਆ, ਬੰਦਾ ਪਹਿਲਾਂ ਪਾਪ ਕਰ ਰਿਹਾ ਫਿਰ ਉਹਦੇ ਵਿੱਚ ਸੁਧਾਰ ਆਉਂਦੇ ਨੇ, ਤਾਂ ਕੋਸ਼ਿਸ਼ ਤਾਂ ਇਹੀ ਕਰਦਾ ਕਿ ਜਿਹੜੇ ਮੇਰੇ ਮਗਰਲੇ ਪਾਪ ਨੇ ਮੈਂ ਉਹਨਾਂ ਨੂੰ ਸੁਧਾਰਾਂ ਇੱਕ ਵਾਰ। ਇਹ ਜੀ ਜਿਹੜਾ ਗੁਰਵਿੰਦਰ ਸਿੰਘ ਬੰਟੀ ਆ ਨਾ, ਇਹਨੂੰ ਇਹ ਬਾਬੇ ਦਾ ਪ੍ਰਚਾਰ ਤਾਂ ਜ਼ਰੂਰ ਕਰਦਾ, ਐ ਲਾ ਕੇ ਆਪਣੀ ਸਿਨਰੀ ਉਹਦੇ ਤੋਂ ਦੇਖ ਪੜ੍ਹ ਕੇ ਇਹ ਬੋਲੀ ਜਾਂਦਾ ਹੈ, ਹਾ ਬੜਾ ਵਧੀਆ ਆ ਗਿਆ, ਆਹ ਬਿਆਨ ਬੜਾ ਵਧੀਆ ਆ ਗਿਆ, ਆਹ ਬਚਨ ਬੜਾ ਵਧੀਆ ਆ ਗਿਆ ਹੈ। ਇਹਨੂੰ ਨਾ ਇੱਕ ਚਿੱਠੀ ਲਿਖਾ ਲਓ, ਇਹਨੂੰ ਚਿੱਠੀ ਲਿਖਣੀ ਨਹੀਂ ਆਉਂਦੀ। ਕਾਹਦਾ ਬਾਬਾ ਇਹ ਜੀ? ਮੈਨੂੰ ਇਹ ਸਮਝਾਵੋ, ਇਹ ਬਾਬਾ ਕਾਹਦਾ? ਇਹਨੂੰ ਲਿਖਣਾ ਨਹੀਂ ਆਉਂਦਾ ਹੈ ਕੁਛ। ਹਾਂਜੀ ਬਾਬਾ ਜੀ, ਤੁਹਾਡੇ ਕਿੰਨੇ ਪੈਸੇ? 2 ਲੱਖ ਤੁਸੀਂ ਆਖਿਆ, ਕਿਤੇ 7 ਲੱਖ ਤੁਸੀਂ ਆਪਣੇ ਰਿਸ਼ਤੇਦਾਰਾਂ ਦਾ? ਹਾਂਜੀ, 2 ਲੱਖ ਸਾਡਾ, 7 ਲੱਖ ਮੇਰੇ ਘਰ ਵਾਲੇ ਦਾ ਮਾਮਾ ਉਹਦਾ ਜੀ। ਉਹ ਵਿਚਾਰਾ ਇਹੀ ਹਰਜ ਦੇ ਵਿੱਚ ਮਰ ਗਿਆ, ਹਿਜਰ ਦੇ ਵਿੱਚ। ਵੀ ਮੈਂ ਤੁਹਾਨੂੰ ਪਤਾ ਹੈ ਜੀ, ਪੈਸਾ ਕਮਾਉਣਾ ਕਿਹੜਾ ਸੌਖਾ। ਹਾਂਜੀ, ਇਹ ਗੱਲ ਹੋਈ ਹੈ ਜੀ। ਤੇ 9 ਲੱਖ ਦੀ ਗੱਲ ਤੁਸੀਂ ਕਰ ਰਹੇ ਹੋ, 4 ਲੱਖ ਦੀ ਗੱਲ ਤੁਸੀਂ ਕਰ ਰਹੇ ਹੋ, 13 ਲੱਖ ਹੋ ਗਿਆ। ਇਸ ਤੋਂ ਇਲਾਵਾ ਵੀ ਹੋਰ ਲੋਕ ਹੈਗੇ ਨੇ ਜਿਨ੍ਹਾਂ ਦੇ ਨਾਲ ਅਜਿਹੀ ਘਟਨਾਵਾਂ ਵਾਪਰੀਆਂ ਨੇ? ਮੇਰੀ ਨਿਗਾਹ ਦੇ ਵਿੱਚ ਆ ਉਹ ਤਕਰੀਬਨ 1.5 ਕਰੋੜ ਰੁਪਏ ਦੇ, ਤਕਰੀਬਨ ਪੌਣੇ 2 ਕਰੋੜ ਰੁਪਏ ਦੇ ਜੁਮੇ ਦੇ ਉਸ ਟਾਈਮ ਸੀਗਾ ਜੀ। ਇਹਨੇ ਲੋਕਾਂ ਨੇ ਲੈਣਾ ਸੀ ਇਹਨਾਂ ਤੋਂ, ਜਿਹੜਾ ਇਹ ਲੈ ਕੇ ਉਧਰ ਭੱਜ ਗਿਆ ਜੀ। ਇੱਧਰੋਂ ਲੈ ਕੇ ਉਧਰ ਚਲੇ? ਹਾਂਜੀ, ਉਧਰ ਚਲੇ ਗਿਆ। ਜਿਹੜਾ ਕੇਸ ਕੀਤਾ ਸੀ ਉਹ ਤਕਰੀਬਨ 125 ਕਰੋੜ ਦਾ ਤਕਰੀਬਨ ਇਹ ਤੇ ਕੇਸ ਸੀਗਾ ਜੀ ਸਾਡਾ। ਤੇ ਉਹ ਕੁਛ ਪੈਸੇ ਦਿੱਤੇ, ਕਈਆਂ ਨੂੰ ਦਿੱਤੇ ਹੀ ਨਹੀਂ ਜੀ।
ਕਾਫੀ ਲੋਕਾਂ ਨੇ ਇਲਾਕੇ ਦੇ ਨੇ ਇਕੱਠੇ ਹੋ ਕੀਤਾ ਸੀ। ਸਾਰਿਆਂ ਨੇ ਇਕੱਠੇ ਹੋ ਕੇ ਕੇਸ ਕੀਤਾ ਸੀ। ਹਾਂਜੀ, ਜਿਨ੍ਹਾਂ ਨੇ ਪਿੰਡ ਨੱਥੋਵਾਲ ਦੇ, ਕਮਾਲਪੁਰੇ ਦੇ, ਹੋਰ ਦਾਲੇ ਪਦਾਲੇ ਪਿੰਡਾਂ ਦੇ, ਅਸੀਂ ਪਿੰਡ ਸੱਜਾਵਾਲ ਦੇ, ਅਸੀਂ ਵੀ ਨਾਲ ਸੀਗੇ ਜੀ। ਉਹਨਾਂ ਚੋਂ ਕਿਸੇ ਲੋਕਾਂ ਨੂੰ ਪੈਸੇ ਮੁੜੇ ਜਾਂ ਜੋ ਕੇਸ ਕਰਿਆ ਦਬਾਅ ਵਧਿਆ, ਕੋਈ ਗੱਲਬਾਤ ਹੋਈ ਅੱਗੇ? 40% ਦਿੱਤੇ ਲੋਕਾਂ ਨੂੰ ਪੈਸੇ ਜੀ, ਸਭ ਨੂੰ ਦਿੱਤੇ, ਥੋੜੇ ਕਰਕੇ। ਜਿਹੜੇ ਬਾਹਲੇ ਮੂਹਰੇ ਤਰੀਕਾਂ ਤੇ ਜਾਂਦੇ ਸੀ ਉਹਨਾਂ ਨੂੰ ਦੇ ਦੂਜਿਆਂ ਦਾ ਜੀ ਇਹਨੇ ਬਸ ਸਰ ਗਿਆ ਜੀ। ਹਾਂਜੀ, ਅੱਜ ਵੀ ਫਿਰ ਉਹ ਲੋਕ ਜਿਹੜੇ ਆਪਣੇ ਬਾਕੀ ਪੈਸੇ ਉਹਨਾਂ ਨੂੰ ਡੀਕ ਰਹੇ ਨੇ ਸਾਰੇ। ਹਾਂਜੀ ਵੀ ਦੇਊਗਾ ਆਈਆਂ ਵੀ ਚੱਲ, ਮਗਰੋਂ ਅਗਲਾ ਕਹਿੰਦਾ ਛੱਡੋ, ਨਹੀਂ ਤਾਂ ਦਿੰਦਾ ਨਾ ਦੇਵੇ, ਬਸ ਇਹੀ ਗੱਲ ਹੁੰਦੀ ਹੈ ਅਖੀਰ ਨੂੰ ਤਾਂ। ਬਾਪੂ ਜੀ, ਪੈਸਾ ਕਮਾਉਣਾ ਕਿਹੜਾ ਸੌਖਾ ਆ। ਅੱਜ ਦੇਖਦੇ ਹਾਂ ਕਿ ਰੋਟੀ ਦੇ ਵੀ ਲਾਲੇ ਪਏ ਨੇ ਲੋਕਾਂ ਦੇ, ਕਿ ਰੋਟੀ 2 ਵਕਤ ਦੀ ਰੋਟੀ ਤੱਕ ਦਾ ਪੈਸਾ ਨਹੀਂ ਕਮਾਇਆ ਜਾ ਰਿਹਾ। ਤੇ ਤੁਸੀਂ ਖੁਦ ਦਾ ਜਿਹੜਾ ਤੁਹਾਡਾ 4 ਲੱਖ ਹੈ ਉਹ 9 ਲੱਖ ਦੀ ਗੱਲ ਕਰ ਰਹੇ ਨੇ, ਤੇ ਤੁਸੀਂ ਜਿਹੜੀ ਗੱਲ ਕੀਤੀ ਹੈ ਕਈ ਕਰੋੜ ਦੀ ਗੱਲ ਕਰ ਰਹੇ ਹੋ ਤੁਸੀਂ। ਇੰਨਾ ਪੈਸਾ ਲੋਕਾਂ ਦਾ ਬੜਾ ਮਿਹਨਤ ਨਾਲ ਅਗਲਿਆਂ ਨੇ ਕਮਾਇਆ ਹੋਊਗਾ, ਤਾਂ ਕਿਵੇਂ ਦੇਖਦੇ ਹੋ ਕਿ ਉਹਨਾਂ ਪਰਿਵਾਰਾਂ ਦਾ ਹਾਲ ਕੀ ਅੱਜ? ਉਹਨਾਂ ਦਾ ਹਾਲ ਤਾਂ ਜੀ ਵਧੀਆ ਹੀ ਹੋਣਾ। ਉਹਨੇ 10 ਕਿੱਲੇ ਜ਼ਮੀਨ ਦੇ ਲੈ ਲਏ ਸੀ ਜੀ, ਸ਼ੈਲਰ ਪਾ ਲਿਆ ਸੀ, ਹੋਰ ਕੋਈ ਚੀਜ਼ਾਂ ਨਹੀਂ ਉੱਥੇ ਵਿੱਚ, ਮਸ਼ੀਨਾਂ ਉਹਦੀਆਂ ਲਾਈਆਂ ਹੋਈਆਂ ਸੀ, ਕੋਠੀ ਬੜੀ ਵਧੀਆ ਪਾਈ ਆ। ਉਹ ਇਹਨਾਂ ਦੇ ਜ਼ਿਮੀਂਦਾਰਾਂ ਦੇ ਪੈਸਿਆਂ ਨਾਲ ਹੀ ਬਣਾਈ ਆ ਜੀ। ਜਿਹੜੇ ਜ਼ਿਮੀਂਦਾਰਾਂ ਦਾ ਪੈਸਾ ਦੱਬਿਆ ਗਿਆ ਉਹਨਾਂ ਦਾ ਕੀ ਹਾਲ ਹੈ? ਉਹਨਾਂ ਦਾ ਬੁਰਾ ਹਾਲ ਆ ਜੀ। ਹੁਣ ਸਾਡੇ ਵਰਗੇ ਐਂ ਤੁਰੇ ਫਿਰਦੇ ਆ ਜੀ, ਦੂਜਾ ਨੰਗੇ ਪੈਰੀਂ ਫਿਰਦੇ ਆ ਅਸੀਂ, ਤੇ ਦੂਜਾ ਬੁਰਾ ਹਾਲ ਆ ਜੀ ਸਾਡਾ। ਤੁਸੀਂ ਇਹਨਾਂ ਦੇ ਨਾਲ ਸਾਂਝ ਕਿਵੇਂ ਪਈ, ਕਿ ਜਿਵੇਂ ਗੁਰਸਿੱਖ ਸੀ ਜਾਂ ਗੁਰੂ ਘਰ ਦੇ ਨਾਲ ਜੁੜੇ ਹੋਏ ਸੀ, ਜਾਂ ਕਿਵੇਂ ਸਾਂਝ ਕਿਵੇਂ ਪਈ ਸੀ? ਇਹ ਜੀ ਦੂਜਾ ਥੋੜਾ ਜਿਹਾ ਨਾ ਬਾਬਾ ਫਿਰਨ ਤੁਰਨ ਵਾਲਾ ਬੰਦਾ ਸੀ, ਸਾਡੇ ਕੋਲੇ ਆ ਗਿਆ। ਸਾਡੇ ਬੱਚਿਆਂ ਨਾਲ, ਭਤੀਜੇ ਨਾਲ ਲਿਹਾਜ਼ ਸੀਗੀ ਜੀ, ਪੜ੍ਹਦਾ ਸੀਗਾ। ਪੜ੍ਹਨ ਦੇ ਨਾਲ ਜੀ ਮੈਨੂੰ ਵੀ ਕਹਿੰਦੇ ਤੂੰ ਵੀ ਸਾਡੇ ਕਣਕ ਝੋਨਾ ਸਿੱਟਿਆ ਕਰ, ਅਸੀਂ ਤਾਂ ਆਏ ਆ ਜਿਉਂ ਆ, ਅਸੀਂ ਆਪਾਂ ਜੇ ਕਰਾਂਗੇ ਵੋ ਕਰਾਂਗੇ, ਬੜੂਗੇ। ਪਤਾ ਨਹੀਂ ਕਿਹੜੇ ਤਰੀਕੇ ਨਾਲ ਸਾਡੇ ਸਿਰ 'ਚ ਬੋਝ ਪਾ ਕੇ ਜੀ ਇਹਨਾਂ ਨੇ ਸਾਨੂੰ ਉੱਥੇ ਲਾ ਲਿਆ, ਤੇ ਮਗਰੋਂ ਸਾਡੇ ਪਈਏ ਦੱਬ ਲਏ। ਜਿਹੜੇ ਸਾਨੂੰ 2 ਪੈਸੇ ਬਚੇ ਸੀਗੇ ਉਹ ਇਹਨਾਂ ਨੇ ਰੱਖ ਲਏ ਜੀ। ਤਾਂ ਜਵਾਕ ਵਿਆਹੁਣ ਦੇ ਮਾਰਿਆਂ ਨੇ ਵੀ ਚਲੋ ਦੋ ਇਕੱਠੇ ਕੰਮ ਆ ਜਾਣਗੇ ਜੀ, ਥੋੜੇ ਕਰਕੇ ਅਸੀਂ ਜਮ੍ਹਾਂ ਕਰਾਏ ਸੀ 5, 7, 10 ਸਾਲਾਂ 'ਚ। ਮਗਰੋਂ ਜਿਹੜੀ ਮਿਹਨਤ ਦੀ ਕਮਾਈ ਸੀ ਉਹ ਦੱਬੀ ਗਈ ਜੀ, ਬਿਲਕੁਲ ਦੱਬੀ ਗਈ। ਹਾਂਜੀ ਬਾਈ, ਜਿਵੇਂ ਤੁਸੀਂ ਆਖਿਆ ਕਿ ਤੁਹਾਡੇ ਰਿਸ਼ਤੇਦਾਰ ਨੇ ਜਿਹੜੇ ਹਨਾ, ਤੁਹਾਡੀ ਵਾਈਫ ਦੇ ਜਿਹੜੇ ਮਾਮਾ ਜੀ ਨੇ ਹਨਾ, ਤਾਂ ਕਾਫੀ ਵੱਡੀ ਰਕਮ ਹੈ, 7 ਲੱਖ ਕੋਈ ਛੋਟੀ ਰਕਮ ਨਹੀਂ ਹੁੰਦੀ। ਤਾਂ ਉਹ ਕਿਵੇਂ, ਉਹ ਤੁਸੀਂ ਕਿਹਾ ਕਿ ਸੰਸਾਰ ਤੋਂ ਵੀ ਚਲੇ ਗਏ, ਤਾਂ ਉਹ ਆਖਰੀ ਪਲਾਂ ਤੱਕ ਕੀ ਉਡੀਕਦੇ ਰਹੇ ਕਿ ਹਾਂ ਮੈਨੂੰ ਪੈਸੇ ਮਿਲ ਜਾਣਗੇ, ਜਾਂ ਉਹ ਬੰਦਾ ਮੈਨੂੰ ਆ ਕੇ ਪੈਸੇ ਮੋੜ ਦੇਵੇ? ਹਾਂਜੀ, ਜਦੋਂ ਪਤਾ ਲੱਗਿਆ ਇਹਦਾ ਵੀ ਨਿਊਜ਼ੀਲੈਂਡ ਚਲਿਆ ਗਿਆ, ਨਿਊਜ਼ੀਲੈਂਡ ਵੀ ਹੁਣ ਦਾ ਕੰਮ ਉਧਰ ਸੈੱਟ ਹੋ ਜਾਊਗਾ, ਵੀ ਹੁਣ ਸਾਡੇ ਪੈਸੇ ਮੋੜ ਦੂ। ਪਰ ਕਿੱਥੇ ਮੋੜਨੇ, ਜੋ ਇਸੇ ਉਜਰ ਵਿੱਚ ਵੀ ਹੁਣ ਤਾਂ ਨਿਊਜ਼ੀਲੈਂਡ ਵੀ ਚਲਿਆ ਗਿਆ, ਵੀ ਹੁਣ ਵੀ ਨਹੀਂ ਪੈਸੇ ਦਿੰਦਾ। ਫਿਰ ਉਹ ਤੁਹਾਨੂੰ ਪਹਿਲਾਂ ਲੋੜ ਪੈ ਜਾਂਦਾ ਜੀ 7 ਲੱਖ। ਹੁਣ ਤਾਂ ਬਾਬਾ ਬਣ ਗਿਆ ਬੰਦਾ ਵੀ, ਚਲੋ ਪਹਿਲਾਂ ਤਾਂ ਇੱਕ ਆਮ ਵਿਅਕਤੀ ਸੀ, ਹੁਣ ਉਹਨਾਂ ਨੂੰ ਗਿਆਨ ਹੋ ਗਿਆ ਕਿ ਉਹ ਪ੍ਰਚਾਰ ਦਾ ਕੰਮ ਕਰਨ ਲੱਗੇ, ਧਰਮ ਪ੍ਰਚਾਰ ਦਾ ਕੰਮ ਕਰਦੇ ਨੇ, ਲੋਕਾਂ ਨੂੰ ਰੱਬ ਦੇ ਨਾਲ ਜੋੜ ਰਹੇ ਨੇ। ਤਾਂ ਉਦੋਂ ਤਾਂ ਉਮੀਦ ਜਾਗੀ ਹੋਊਗੀ ਕਿ ਹਾਂ ਸ਼ਾਇਦ ਹੁਣ ਸਾਡੇ ਵੀ ਪੈਸੇ ਮੋੜ ਦੂਗਾ, ਜਾਂ ਵੀ ਉਹਨੂੰ ਪਤਾ ਹੋਊਗਾ ਕਿ ਹਾਂ ਵੀ ਮੈਂ ਉੱਥੇ ਠੱਗੀ ਮਾਰੀ ਹੈ ਤਾਂ ਮੈਂ ਮੋੜਿਆ ਵਾਂ। ਸਾਨੂੰ ਤਾਂ ਜੀ ਨਿੱਤ ਗੱਲਾਂ ਕਰਦੇ ਉਹ ਵਿਚਾਰਾ, ਨਿੱਤ ਕੋਈ ਦਿਨ ਇਹੋ ਜਿਹਾ ਨਹੀਂ ਜਦੋਂ ਨਾ ਚੇਤੇ ਕਰਦਾ ਹੋਵੇ ਵੀ ਆਪਣੇ ਪੈਸੇ ਮੋੜੂਗਾ, ਆ ਕੇ ਮੋੜੂਗਾ ਨਿਊਜ਼ੀਲੈਂਡ, ਵੀ ਬੰਦੇ ਵਧੀਆ ਵਾ। ਬੈਂ ਕਰਕੇ ਵੀ ਹੁਣ ਤਾਂ ਸਿੱਖੀ ਨਾਲ ਜੁੜ ਗਈ, ਵੀ ਹੁਣ ਕਿਹੜਾ ਬੇਈਮਾਨੀ ਕਰਨ ਲੱਗਿਆ ਉਹ ਕੀ ਪਤਾ ਵੀ ਉੱਪਰੋਂ ਹੋਰ ਆ ਵਿੱਚੋਂ ਹੋਰ ਆ। ਲੱਗਦਾ ਨਹੀਂ ਕਿ ਅਜਿਹੀਆਂ ਘਟਨਾਵਾਂ ਦੇ ਨਾਲ ਲੋਕਾਂ ਦਾ ਧਰਮ ਦੇ ਉੱਤੋਂ ਫਿਰ ਵਿਸ਼ਵਾਸ ਉੱਠਣ ਲੱਗ ਜਾਂਦਾ? ਜਿਹੜੇ ਲੋਕ ਵਾਕਿਆ ਹੀ ਧਰਮ ਵਾਸਤੇ ਚਿੰਤਤ ਨੇ, ਜਾਂ ਵਾਕਿਆ ਹੀ ਪਰਮਾਤਮਾ ਦੇ ਨਾਲ ਲੋਕਾਂ ਨੂੰ ਜੋੜਨੇ ਅਧਿਆਤਮਕ ਪੱਖੋਂ ਜਿਹੜੇ ਮਜ਼ਬੂਤ ਨੇ, ਉਹਨਾਂ ਉੱਤੇ ਵੀ ਆਮ ਲੋਕ ਫਿਰ ਸਵਾਲ ਚੱਕਣ ਲੱਗ ਜਾਂਦੇ। ਉਹ ਜੀ ਇਹ ਗੱਲ ਆ, ਲੋਕਾਂ ਦਾ ਪਤਾ ਕੀ ਹੈ, ਜਿਹਦੇ ਮਗਰ ਇਕੱਠ ਆ ਉਹਨੂੰ ਬਾਬਾ ਸਮਝਦੇ ਆ। ਇਹ ਜਿਹੜੇ ਬਾਬੇ ਹੁੰਦੇ ਆ ਉਹਦੇ ਮਗਰ ਇਕੱਠ ਨਹੀਂ ਹੁੰਦਾ, ਉਹਦੀ ਸਮਾਜ ਨਾਲ ਤੇ ਆਮ ਉਹਦੀ ਵਿਗੜਦੀ ਰਹਿੰਦੀ ਹੈ ਜੀ, ਉਹਨੂੰ ਚੰਗਾ ਨਹੀਂ ਮੰਨਦੇ। ਜਿਵੇਂ ਕਬੀਰ ਦੇਖ ਲਓ, ਭਗਤ ਰਵਿਦਾਸ ਦੇਖ ਲਓ, ਇਹਨਾਂ ਨੂੰ ਲੋਕਾਂ ਨੇ ਚੰਗਾ ਨਹੀਂ ਸਮਝਿਆ, ਕੋਈ ਇਹਨਾਂ ਨੇ ਸੱਚੀ ਗੱਲ ਕਰੀ ਆ। ਅੱਜ ਕੱਲ੍ਹ ਦੁਨੀਆ ਆਪਣੀ ਸੱਚੀ ਗੱਲ ਨਹੀਂ ਮੰਨਦੀ, ਇਹਨਾਂ ਨੂੰ ਬਸ ਢੋਲਕੀਆਂ ਸੈਣੇ ਬਾਜੇ ਵਜਾਉਣ ਵਾਲਾ ਹੋਵੇ ਬੰਦਾ, ਉਹਦੇ ਮਗਰ ਲੱਗ ਕੇ ਬਾਹਲਾ ਰਾਜੀ ਆ। ਕਾਰਾਂ ਦੇਖ ਕੇ, ਚਿੱਟੇ ਚੋਲੇ ਦੇਖ ਕੇ ਮਗਰ ਲੱਗਦੇ ਆ। ਜਿਹੜਾ ਆਪਣਾ ਗੁਰੂ ਗ੍ਰੰਥ ਸਾਹਿਬ ਗੱਲ ਕਹਿੰਦਾ, ਉਹਦੀ ਬਾਣੀ ਕਹਿੰਦੀ, ਉਹਦੇ ਮਗਰ ਤਾਂ ਆਪਾਂ ਲੱਗਦੇ ਨਹੀਂ। ਦੇ ਤਾਂ ਹੋਰ ਵੀ ਬੜੇ ਨੇ ਜਿਹੜੇ ਬੜੇ ਲਿਸ਼ਕ ਪੁਸ਼ਕ ਕੇ ਰਹਿੰਦੇ ਨੇ, ਚਿੱਟਾ ਬਾਣਾ ਪਾ ਕੇ ਰਹਿੰਦੇ, ਦਾਗ ਤੱਕ ਨਹੀਂ ਲੱਗਣ ਦਿੰਦੇ ਕੱਪੜਿਆਂ ਨੂੰ, ਤੇ ਬੂਟਾਂ ਦੇ ਜਿਹੜਾ ਥੱਲੇ ਵਾਲਾ ਤਲਾ ਉਹ ਵੀ ਉਹਨਾਂ ਦਾ ਬਿਲਕੁਲ ਸਾਫ਼ ਨਜ਼ਰ ਆਉਂਦਾ ਹੁੰਦਾ। ਤਾਂ ਕੀ ਲੱਗਦਾ ਉਹ ਵੀ ਅਜਿਹੇ ਹੋ ਸਕਦੇ ਨੇ? ਹੋ ਸਕਦੀ ਉਹ ਹੈ ਜੇ ਹੁਣ। ਇਹ ਮਤਲਬ ਆਏ ਆ ਵੀ ਜਿਵੇਂ ਭਗਤ ਕਬੀਰ ਆ, ਰਵਿਦਾਸ ਆ, ਇਹਨਾਂ ਮਗਰ ਲੋਕ ਰਹੇ ਉਲਟ, ਜਿਹੜੇ ਬਾਬੇ ਦੀਆਂ ਕਾਰਾਂ ਨੂੰ ਧੱਕਾ ਲਾਉਂਦੇ ਆ, ਵੱਡੀਆਂ ਵੱਡੀਆਂ ਕਾਰਾਂ ਬਾਬੇ ਦਿਖਾਉਂਦੇ ਆ। ਮੈਂ ਤਾਂ ਜੀ ਉਹਨਾਂ ਕੋਲ ਮੰਨਦਾ ਨਹੀਂ, ਉਹਦੇ ਤਾਂ ਮਾਇਆ ਦੇ ਮਗਰ ਲੱਗ ਗਏ। ਬਾਣੀ ਦੇ ਵਿੱਚ ਇਹ ਲਿਖਿਆ ਵੀ ਤੇਰੇ ਕੋਲ ਘਰ ਸੋਨੇ ਦੇ ਹੋ ਜਾਣ, ਮੰਦਰ ਹੋ ਜਾਣ, ਵੱਡੇ ਵੱਡੇ ਘਰ ਪਾ ਲੈ, ਤੂੰ ਹੀਰੇ ਮੋਤੀ ਜੜਾ ਲਾ, ਫਿਰ ਵੀ ਤੈਨੂੰ ਰੱਬ ਦਾ ਨਾਮ ਲੈਣਾ ਚਾਹੀਦਾ, ਵੀ ਫਿਰ ਤੈਨੂੰ ਭੁੱਲਣਾ ਹੀ ਚਾਹੀਦਾ। ਇਹ ਕੀ ਆ, ਵੱਡੇ ਵੱਡੇ ਕਾਰਾਂ ਦੇ ਮਗਰ ਲੱਗ ਕੇ ਰੱਬ ਨੂੰ ਭੁੱਲ ਜਾਂਦੇ, ਲੋਕਾਂ ਤੱਕ ਹੀ ਰਹਿ ਜਾਂਦੇ ਆ। ਇਹ ਪਤਾ ਜੀ ਗੱਲ ਕੀ ਆ, ਜਿਹੜੀ ਆਪਣੀ ਇਹ ਮਾਇਆ ਹੁੰਦੀ ਆ 3 ਗੁਣਾ ਤੱਕ। ਜਦੋਂ ਬੰਦਾ ਰੱਬ ਦਾ ਨਾਮ ਲੈਂਦਾ, ਉਹਨੂੰ ਮਾੜਾ ਮੋਟਾ ਹੋ ਜਾਂਦਾ, ਉਹ ਮਾਇਆ ਪ੍ਰਭਾਵ ਪਾ ਲੈਂਦੀ ਆ।
ਉਹ ਜੀ ਮਾਇਆ ਮਗਰ ਲੱਗ ਜਾਂਦੇ ਆ 3 ਗੁਣਾ ਤੱਕ। ਜਿਹੜੀ ਚੌਥੀ ਅਵਸਥਾ ਉਹਦੇ ਵਿੱਚ ਮਾਇਆ ਨਹੀਂ ਮਗਰ ਨਹੀਂ ਲੱਗਦੀ ਜੀ, ਉਹ ਫਿਰ ਰੱਬ ਨਾਲ ਉਹਨਾਂ ਦੀਆਂ ਗੱਲਾਂ ਹੁੰਦੀਆਂ ਜੀ ਸਿੱਧੀਆਂ। ਇਹ ਜਿਹੜੀ ਤੀਜਾ ਗੁਣ ਆ ਇਹ ਆਪਣਾ 3 ਗੁਣ ਆ ਜੀ ਇਹ ਮਾਇਆ ਦੇ, ਤੇ ਉਹ ਮੁੜ ਕੇ ਇਹਨਾਂ ਵਿੱਚ ਹੀ ਉਲਝ ਕੇ ਰਹਿ ਜਾਂਦੇ ਆ ਜੀ। ਪਤਾ ਗੱਲ ਕੀ ਹੈ, ਜਦੋਂ ਇਹ ਰੱਬ ਦਾ ਨਾਮ ਲੈਂਦੇ ਆ ਰੱਬ ਇਹਨਾਂ ਨੂੰ ਮਾਇਆ ਪਾ ਦਿੰਦਾ ਇਹਨਾਂ ਤੇ, ਫਿਰ ਇਹ ਮਾਇਆ ਦੇ ਮਗਰ ਜੁੜ ਕੇ ਹੀ ਤੇ ਮਤਲਬ ਲੋਕਾਂ ਨੂੰ ਗੁੰਮਰਾਹ ਕਰ ਲਿਆ। ਲੋਕ ਵੀ ਆਪਣੇ ਇਹੋ ਜਿਹੇ ਆ ਰੱਬ ਦਾ ਨਾਮ ਲੈ ਕੇ ਰਾਜੀ ਨਹੀਂ, ਉਹ ਕਹਿੰਦੇ ਵੀ ਸਾਡਾ ਬਾਹਰੋਂ ਪੈਸੇ ਨੇ ਕੰਮ ਹੋ ਜੇ। ਉਹ ਇਸ ਕਰਕੇ ਜੀ ਆਪਾਂ ਤਾਂਹੀਓ ਸਿੱਖ ਤੋਂ ਬਾਹਲੀ ਦੂਰ ਚਲੇ ਗਏ। ਹਾਂ, ਜਿਵੇਂ ਗੁਰਿੰਦਰਪਾਲ ਸਿੰਘ ਬੰਟੀ ਬਾਬਾ ਬਾਹਰੋਂ ਆਉਂਦੇ ਸੀ ਤਾਂ ਉਹਨਾਂ ਦੇ ਨਾਲ ਫਿਰ ਉਹਨਾਂ ਦੇ ਜਿਹੜੇ ਸਾਥੀ ਹੁੰਦੇ ਨੇ ਜਾਂ ਜਿਹੜੇ ਗੜਬਈ ਵਗੈਰਾ ਹੁੰਦੇ ਨੇ ਉਹ ਵੀ ਨਾਲ ਹੋਣਗੇ। ਕਿੰਨੇ ਕੁ ਸਿੰਘ ਉਹਨਾਂ ਦੇ ਨਾਲ ਉਧਰੋਂ ਆਉਂਦੇ ਸੀ? ਇੱਥੇ ਜਿੱਦਾਂ ਸਾਡੇ ਆਇਆ ਸੀ ਉਹਦੇ ਪਿੱਛੇ ਗਏ 35-40 ਸਿੰਘ। ਹਾਂਜੀ, ਦੀਵਾਨ ਲੱਗ ਗਏ ਆ। ਜਦੋਂ ਫਿਰ ਗੱਲਾਂ ਬਾਤਾਂ ਕੀਤੀਆਂ ਕਿ ਭਾਈ ਪੈਸਾ ਦਿਓ ਸਾਡਾ ਵਾਪਸ ਕਰੋ, ਕੋਈ ਧਮਕੀ ਵਗੈਰਾ ਤਾਂ ਨਹੀਂ ਆਈ ਜਾਂ ਕਦੇ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ? ਕਿਉਂਕਿ ਅਕਸਰ ਇਹ ਵੀ ਦੇਖਿਆ ਜਾਂਦਾ ਕਿ ਜਦੋਂ ਕੋਈ ਧਰਮ ਦਾ ਚੋਲਾ ਪਾ ਕੇ ਕੋਈ ਕਰਮ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹਦਾ ਇੱਕ ਅਜਿਹਾ ਪੱਖ ਵੀ ਹੁੰਦਾ ਹੈ ਕਿ ਉਹ ਧਮਕਾਉਣ ਦੀਆਂ ਕੋਸ਼ਿਸ਼ਾਂ ਵੀ ਕਰਦਾ ਹੈ। ਨਹੀਂ ਸਾਨੂੰ ਉਦੋਂ ਤਾਂ ਕੋਈ ਖਾਸ ਸਾਡੇ ਨਾਲ ਨਾ ਗੱਲ ਹੋਈ ਆ, ਨਾ ਸਾਨੂੰ ਧਮਕਾਉਣ ਦੀ ਕੋਈ ਗੱਲ ਹੋਈ। ਕੋਈ ਗੱਲ ਨਹੀਂ ਹੋਈ ਸਾਡੇ ਨਾਲ ਧਮਕਾਉਣ ਦੀ, ਨਾ ਸਾਨੂੰ ਧਮਕਾਇਆ ਹੀ ਆ ਐਵੇਂ। ਤੁਹਾਨੂੰ ਹੁਣ ਉਮੀਦ ਕਰਦੇ ਹੋ ਕਿ ਜੇ ਇਹ ਗੱਲ ਵੀ ਉਹਨਾਂ ਤੱਕ ਪਹੁੰਚਦੀ ਹੈ ਦੁਬਾਰਾ, ਜਾਂ ਤੁਸੀਂ ਇਹ ਗੱਲ ਚੱਕ ਰਹੇ ਹੋ, ਉਹ ਨਿਊਜ਼ੀਲੈਂਡ ਬੈਠੇ ਨੇ, ਤਾਂ ਕਿਸੇ ਢੰਗ ਦੇ ਨਾਲ ਪੈਸੇ ਮੁੜਨ ਜਾਂ ਉਹਨਾਂ ਤੇ ਕੋਈ ਕਾਰਵਾਈ ਹੋਵੇ? ਹਾਂਜੀ, ਅਸੀਂ ਤਾਂ ਕਹਿੰਦੇ ਆ ਵੀ ਉਹਨਾਂ ਤੇ ਕਾਰਵਾਈ ਹੋਣੀ ਜ਼ਰੂਰੀ ਆ। ਸਭ ਦੇ ਪੈਸੇ ਦੇਣ, ਉਹ ਜਿਹੜੇ ਲਏ ਆ ਉਹ ਤਾਂ ਦੇਣ ਨਾ। 10-9 ਦੀ ਕੀਮਤ ਆ ਸਾਡੀ, ਇਹ ਕੋਈ ਸਾਡੀ ਲੁੱਟ ਤਾਂ ਮਾਰੀ ਨਹੀਂ ਹੋਈ। ਹਾਂਜੀ, ਇੱਥੇ ਇਹ ਗੱਲ ਵੀ ਜ਼ਰੂਰੀ ਹੋ ਜਾਂਦੀ। ਤੁਸੀਂ 10-9 ਦੀ ਕਿਰਤ ਦੀ ਗੱਲ ਕੀਤੀ ਹੈ ਕਿ ਤੁਸੀਂ 10-9 ਦੀ ਕਿਰਤ ਕਰਦੇ ਹੋ, ਉਹਨਾਂ ਨੇ ਤੁਹਾਡੀ 10-9 ਦੀ ਕਿਰਤ ਹੈ ਜਿਹੜੀ ਲੁੱਟੀ ਹੈ, ਜਿਹੜੀ ਤੁਸੀਂ ਕਹਿ ਰਹੇ ਹੋ। ਤੇ ਪਰ ਉਹ ਨਾਲ ਦੀ ਨਾਲ ਇੱਕ ਖਾਸ ਗੱਲ ਹੈ ਕਿ ਇਸ ਵਕਤ ਉਹ ਧਰਮ ਦਾ ਚੋਲਾ ਪਾਈ ਬੈਠੇ ਨੇ, ਤਾਂ ਜਿਹੜੀ ਕਾਰਵਾਈ ਹੈ ਉਹ ਕੱਲੀ ਪੈਸਿਆਂ ਦੇ ਨਾਲ ਦੂਜੇ ਧਾਰਮਿਕ ਪੱਖੋਂ ਵੀ ਹੋਣੀ ਚਾਹੀਦੀ ਹੈ ਕਿ ਧਰਮ ਦੇ ਨਾਂ ਤੇ ਉਹ ਲਾਜ਼ਮੀ ਹੋਣੀ ਚਾਹੀਦੀ ਹੈ ਜੀ। ਜਿਹੜੇ ਇਹ ਜਿਹੇ ਠੱਗ ਬੈਠੇ ਆ ਨਾ, ਉਹਨਾਂ ਦੇ ਨੱਥ ਪੈਣੀ ਚਾਹੀਦੀ ਹੈ ਜੀ। ਹਾਂਜੀ, ਕਿਵੇਂ ਕੀ ਉਮੀਦ ਕੀ ਕਰਦੇ ਹੋ ਕਿ ਕਿਵੇਂ ਦੀ ਕਾਰਵਾਈ ਹੋਵੇ? ਪ੍ਰਸ਼ਾਸਨ ਕੁਝ ਕਰੇ, ਪੰਥ ਦੇ ਲੋਕ ਕੁਝ ਕਰਨ, ਨਿਊਜ਼ੀਲੈਂਡ ਬੈਠੀ ਸੰਗਤ ਕੁਝ ਕਰੇ, ਜਾਂ ਕਿਵੇਂ ਕੀ ਭਾਲਦੇ ਹੋ? ਹਾਂਜੀ, ਉੱਥੇ ਵਾਲੀ ਸੰਗਤ ਨੂੰ ਇਹ ਚਾਹੀਦਾ, ਇਹਨਾਂ ਨੂੰ ਫੜ ਕੇ ਗੌਰਮੈਂਟ ਨੂੰ ਅੰਦਰ ਦੇਣਾ ਚਾਹੀਦਾ, ਅੰਦਰ ਦੇ ਕੇ ਇਹਨੂੰ ਇੱਧਰ ਡਿਪੋਰਟ ਕਰਨਾ ਚਾਹੀਦਾ। ਇੱਧਰ ਵਾਲਿਆਂ ਨੇ ਫੜ ਕੇ ਇਹਨੂੰ ਫਿਰ ਜੇਲ੍ਹ 'ਚ ਦੇਣਾ ਚਾਹੀਦਾ ਜੀ। ਇੱਧਰ ਵਾਲਿਆਂ ਦੇ ਪੈਸੇ ਸੀਗੇ ਜੀ, ਇਹ ਪੈਸੇ ਵਾਲੇ ਤੋਂ ਕੋਈ ਕੁਝ ਕਹਿੰਦਾ ਹੀ ਨਹੀਂ ਹੈ ਜੀ, ਉਹਦਾ ਛੱਡ ਦਿੰਦੇ ਆ ਜੀ ਇਹ ਪੈਸੇ ਲੈ ਕੇ। ਹਾਂਜੀ, ਤੁਸੀਂ ਵੀ ਉਮੀਦ ਕਰਦੇ ਹੋ ਕਿ ਜਿਹੜੀ ਬਾਹਰ ਦੀ ਸੰਗਤ ਆ ਉਹ ਕੋਈ ਕਾਰਵਾਈ ਕਰੇ, ਜਾਂ ਨਿਊਜ਼ੀਲੈਂਡ ਦੇ ਜਿਹੜੇ ਲੋਕ ਨੇ, ਸਿੱਖ ਸੰਗਤ ਹੈ, ਉੱਥੇ ਦੀ ਜਿਹੜੀਆਂ ਸਰਕਾਰਾਂ ਨੇ, ਉਹ ਤੁਹਾਡੇ ਨਾਲ ਇਨਸਾਫ ਹੈ ਜਿਹੜਾ ਉਹ ਕਰਨ? ਮੈਂ ਤਾਂ ਜੀ ਇਹ ਕਹਿੰਦਾ ਵੀ ਇਹੋ ਜਿਹੇ ਬਾਬਿਆਂ ਨੂੰ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੇ ਆ, ਵੈਸੇ ਚੌਂਕ ਦੇ ਵਿੱਚ ਕਢਿਆ ਕੇ ਪੁੱਠਾ ਲਟਕਾ ਕੇ ਛਿੱਤਰਾਂ ਨਾਲ ਇਹੋ ਜਿਹੀ ਦੀ ਮੌਤ ਹੋਣੀ ਚਾਹੀਦੀ ਹੈ। ਜੇ ਕਮੀਨੇ ਬੰਦਿਆਂ ਦੀ ਚੱਲ ਆਪ ਕਰੀ ਜਾਂ ਠੱਗੀਆਂ ਮਾਰੀ ਜਾਂ, ਨਾਲ ਕੋਈ ਗੱਲ ਨਹੀਂ, ਗੁਰੂ ਨੂੰ ਨਾ ਵਿੱਚ ਲੈਣ। ਗੁਰੂ ਦੇ ਨਾਂ ਤੇ ਕਿੱਡੀਆਂ ਠੱਗੀਆਂ ਮਾਰਦੇ, ਤੇ ਆਪਣਾ ਕੀ ਲੋਕਾਂ ਦੇ ਵਿੱਚ ਭਰੋਸਾ ਰਹੂ? ਆਪਣੇ ਲੋਕਾਂ ਦਾ ਕਿਵੇਂ ਭਰੋਸਾ ਵੱਝਿਆ ਰਹੂ? ਆਪਣਾ ਪਾਵਰ ਏਡੀ ਗੁਰੂ ਗ੍ਰੰਥ ਸਾਹਿਬ ਸੁਪਰੀਮ ਪਾਵਰ ਆ, ਤੇ ਇਹਦੇ ਨਾਂ ਤੇ ਲੋਕਾਂ ਨਾਲ ਠੱਗੀ ਮਾਰਨੀ, ਲੋਕਾਂ ਨੂੰ ਗੁੰਮਰਾਹ ਕਰਨਾ, ਪੁੱਠੇ ਰਾਹ ਪਾਉਣਾ, ਤੇ ਇਹੋ ਜਿਹੇ ਲੋਕਾਂ ਦਾ ਆਪਣਾ ਚੌਂਕ 'ਚ ਕਢਿਆ ਕੇ ਬਸ ਹੋਣੀ ਚਾਹੀਦੀ ਹੈ। ਡੇਰਾਵਾਦ ਜਿਹੜਾ ਪੰਜਾਬ ਦੀਆਂ ਜੜ੍ਹਾਂ ਦੇ ਵਿੱਚ ਬਹਿ ਗਿਆ, ਉਹਦੇ ਵਿੱਚ ਇਹੀ ਹੁੰਦਾ ਹੈ ਕਿ ਕੋਈ ਬਾਬਾ ਹੈ ਤਾਂ ਉਹ ਇਹੀ ਕਹਿੰਦਾ ਕਿ ਇਹ ਜਿਹੜਾ ਡੇਰਾ ਹੈ ਜਾਂ ਇਹ ਸਾਰਾ ਜਿਹੜਾ ਕਾਰੋਬਾਰ ਹੈ ਜਾਂ ਜਿੰਨਾ ਵੀ ਮੈਂ ਲਾਮ ਲਸ਼ਕਰ ਇਕੱਠਾ ਕਰ ਲਿਆ, ਇਹ ਮੇਰਾ ਨਹੀਂ ਹੈਗਾ, ਇਹ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰਾਇਆ ਹੋਇਆ। ਇੱਕ ਕਮੇਟੀ ਬਣੀ ਹੈ ਭਾਈ, ਉਹ ਇਸ ਨੂੰ ਚਲਾ ਰਹੀ ਹੈ। ਪਰ ਜਦੋਂ ਦੇਖਦੇ ਹਾਂ ਤਾਂ ਮਗਰ ਅਸਲੀਅਤ ਕੁਝ ਹੋਰ ਹੁੰਦੀ ਹੈ। ਡਿਕਟੇਟਰ ਬਾਬਾ ਹੀ ਹੁੰਦਾ, ਸਭ ਕੁਝ ਬਾਬਿਆਂ ਦੇ ਨਾਂ ਨਿਕਲੇ। ਉਹ ਤਾਂ ਜੀ ਹੈਗਾ ਹੀ ਪਤਾ ਹੀ ਆ, ਲੋਕਾਂ ਨੂੰ ਗੁੰਮਰਾਹ ਕਰਕੇ, ਲੋਕਾਂ ਨੂੰ ਮਗਰ ਲਾ ਕੇ, ਜਿਹੜਾ ਪੈਸਾ ਆਪ ਤਾਂ ਇੱਛਾ ਕਰਦੇ ਆ ਵੱਡੀਆਂ ਕਾਰਾਂ 'ਚ, ਲੋਕਾਂ ਨੂੰ ਗੁੰਮਰਾਹ ਕਰਦੇ ਆ। ਉਹ ਜਿਹੇ ਲੋਕ ਆ ਜਿਹੜੇ ਇਹੋ ਜਿਹੇ ਬਾਬੇ ਦੇ ਮਗਰ ਲੱਗਦੇ, ਏਡੇ ਵੱਡੇ ਗੁਰੂ ਸਾਹਿਬ ਨੂੰ ਛੱਡ ਕੇ, ਐਡਾ 10ਵੇਂ ਪਾਤਸ਼ਾਹ ਨੇ ਆਪਾਂ ਨੂੰ ਗੁਰੂ ਸਾਹਿਬ ਦੇ ਲੜ ਲਾਇਆ, ਉਹਨੂੰ ਛੱਡ ਕੇ ਆਪਾਂ ਹੋਰ ਕਿਸੇ ਤੁਰਾ ਪਾਂਗੇ, ਧੱਕੇ ਹੀ ਖਾਵਾਂਗੇ, ਪੱਲੇ ਕੀ ਪੈਣਾ? ਕੁਛ ਵੀ ਨਹੀਂ। ਫਿਰ ਇਹ ਜਿਹੇ ਬਾਬੇ ਰਗੜ ਦਿੰਦੇ ਆਪਾਂ ਨੂੰ। ਬਾਬੇ ਨੇ ਜਿਹੜੇ, ਬਿਲਕੁਲ ਤੁਸੀਂ ਆਖਿਆ ਕਿ ਜਿਹੇ ਜਿਹੜੇ ਚੋਲਾ ਪਾ ਕੇ ਧਰਮ ਨੂੰ ਬਦਨਾਮ ਕਰ ਦਿੰਦੇ ਨੇ, ਉਹ ਰਗੜ ਦਿੰਦੇ ਆ। ਤਾਂ ਅਸੀਂ ਉਮੀਦ ਕਰਦੇ ਹਾਂ ਕਿ ਬਹੁਤ ਜਲਦ ਸਰਕਾਰਾਂ ਜਾਂ ਨਿਊਜ਼ੀਲੈਂਡ ਦੀ ਸਰਕਾਰ ਹੈ ਜਿਹੜੀ, ਉਹ ਤੁਹਾਡੇ ਨਾਲ ਇਨਸਾਫ ਹੈ ਜਿਹੜਾ ਉਹ ਕਰੇਗੀ, ਜਿਵੇਂ ਤੁਸੀਂ ਸਾਰੇ ਸਬੂਤ ਨੇ ਜਿਹੜੇ ਉਹ ਰੱਖੇ ਨੇ। ਤਾਂ ਇਹ ਹੈ ਕਹਾਣੀ ਗੁਰਿੰਦਰਪਾਲ ਸਿੰਘ ਬੰਟੀ ਬਾਬੇ ਦੀ, ਜਿਨ੍ਹਾਂ ਨੇ ਇਸ ਇਲਾਕੇ ਦੇ ਨੇ, ਇਹ ਵੀ ਉਹਨਾਂ ਦੇ ਨਾਲ ਦੇ ਪਿੰਡਾਂ ਦੇ ਹੀ ਨੇ, ਜਿਨ੍ਹਾਂ ਦੇ ਨਾਲ ਇਹਨਾਂ ਦਾ, ਸਾਡੇ ਬਜ਼ੁਰਗਾਂ ਦਾ ਇਹਨਾਂ ਦਾ ਕਹਿਣਾ ਹੈ ਕਿ ਵੱਡਾ ਧੋਖਾ ਹੈ ਜਿਹੜਾ ਗੁਰਿੰਦਰਪਾਲ ਸਿੰਘ ਬੰਟੀ ਵੱਲੋਂ ਕੀਤਾ ਗਿਆ। ਇੱਥੇ ਖਾਸ ਗੱਲ ਕਰਨੀ ਬੜੀ ਜ਼ਰੂਰੀ ਹੈ ਕਿ ਇਹ ਕਿਸੇ ਦਬਾਅ ਦੇ ਵਿੱਚ ਤਾਂ ਨਹੀਂ ਹੈਗੇ, ਇਹ ਬਜ਼ੁਰਗਾਂ ਨੂੰ ਕਿਸੇ ਤਰ੍ਹਾਂ ਦਾ ਦਬਾਅ ਤਾਂ ਨਹੀਂ ਪਾਇਆ ਜਾ ਰਿਹਾ, ਜਾਂ ਕਿਸੇ ਨੇ ਪਲੈਨਿੰਗ ਤਹਿਤ ਇਹਨਾਂ ਤੋਂ ਗੱਲਾਂ ਤਾਂ ਨਹੀਂ ਕਰਵਾਈਆਂ। ਅਸੀਂ ਕੈਮਰੇ ਦੇ ਮੂਹਰੇ ਇਹਨਾਂ ਦੀ ਜ਼ਬਾਨੀ ਸੁਣਦੇ ਹਾਂ। ਬਾਬਾ ਜੀ, ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਨੇ ਜਾਂ ਜੋ ਵੀ ਇਹ ਇਲਜ਼ਾਮ ਲਗਾਏ ਨੇ, ਇਹ ਤੁਸੀਂ ਕਿਸੇ ਦੇ ਕਹਿਣ ਤੇ ਤਾਂ ਨਹੀਂ ਲਗਾ ਰਹੇ, ਜਾਂ
ਤੁਹਾਨੂੰ ਪਿੱਛੋਂ ਆਪਾਂ ਕਹਿ ਦਿੰਦੇ ਹਾਂ ਕਿ ਅੱਜ ਕੱਲ੍ਹ ਪੈਸੇ ਦੇ ਕੇ ਵੀ ਕੰਮ ਹੋ ਜਾਂਦੇ ਨੇ, ਜਾਂ ਕਿਸੇ ਦਾ ਦਬਾਅ ਵੀ ਹੋ ਸਕਦਾ, ਉਹਨਾਂ ਨੂੰ ਬਦਨਾਮ ਕਰਨ ਲਈ ਵੀ ਹੋ ਸਕਦਾ। ਤਾਂ ਇਹ ਗੱਲਾਂ ਤੁਸੀਂ ਆਪਣੇ ਪੱਧਰ ਤੇ ਕਹਿ ਰਹੇ ਹੋ, ਕੈਮਰੇ ਸਾਹਮਣੇ ਦੱਸ ਦਿਓ। ਅਸੀਂ ਜੀ ਆਪਦੇ ਪੱਧਰ ਤੇ ਕਹਿ ਰਹੇ ਹਾਂ, ਅਸੀਂ ਤਾਂ ਉਹਦਾ ਦੁੱਖ ਫਰੋਲ ਰਹੇ ਹਾਂ। ਸਾਨੂੰ ਕੋਈ ਕਿਸੇ ਦਾ ਦਬਾਅ ਨਹੀਂ ਤੇ ਨਾ ਹੀ ਅਸੀਂ ਦਬਾਅ ਕਿਸੇ ਦਾ ਝੱਲਣਾ, ਕਿਉਂ ਅਸੀਂ ਪੈਸੇ ਲੈਣੇ, ਅਸੀਂ ਕਿਹੜਾ ਉਹਨਾਂ ਦਾ ਕੋਈ ਸਾਨੂੰ ਦਬਾਅ ਦਾ ਉਹ ਤਾਂ ਦੇਣੇ ਅਸੀਂ ਕੋਈ ਗਲਤ ਕੰਮ ਕਰਦੇ ਹੋਈਏ। ਸਾਨੂੰ ਕੋਈ ਕਿਸੇ ਦਾ ਦਬਾਅ ਨਹੀਂ ਹੈ, ਕਿਸੇ ਦੇ ਕਹਿਣ ਤੇ ਨਹੀਂ ਕਰਦੇ ਨਾ ਕਿਸੇ ਦੇ ਕਹਿਣ ਤੋਂ ਨਹੀਂ ਅਸੀਂ ਕਰ ਰਹੇ। ਅਸੀਂ ਤਾਂ ਉਹਦੇ ਪੈਸੇ ਲੈਣੇ ਤਾਂ ਅਸੀਂ ਆਪਦੀ ਪੜਾਸ ਕੱਢ ਰਹੇ ਹਾਂ। ਜੀ। ਤੁਸੀਂ ਵੀ ਆਪਣੇ ਮਰਜ਼ੀ ਦੇ ਨਾਲ ਕਹਿ ਰਹੇ ਹੋ ਸਾਰੀਆਂ ਗੱਲਾਂ, ਹਾਂਜੀ, ਜੋ ਹਾਂਜੀ, ਸੱਚਾਈ ਕਹਿ ਰਹੇ ਹੋ। ਹਾਂਜੀ ਬਿਲਕੁਲ ਜੋ ਕਿਹਾ ਬਿਲਕੁਲ ਸਜਾਈ ਆ। ਸਾਨੂੰ ਕਿਹਦਾ ਡਰ ਨਹੀਂ, ਕਿਹਦਾ ਰੋਬ ਨਹੀਂ, ਕੋਈ ਉਹਨਾਂ ਦਾ ਨਹੀਂ ਹੈ। ਸਾਡੇ ਨਾਲ ਠੱਗੀ ਮਾਰੀ ਆ, ਅਸੀਂ ਤਾਂ ਲੋਕਾਂ ਕੋਲ ਪਿੱਟਾਂਗੇ ਜੀ ਵੀ ਸਾਡੇ ਨਾਲ ਠੱਗੀ ਮਾਰ ਗਏ। ਸਾਨੂੰ ਮੈਚ ਸੀ ਵੀ ਇਹ ਕਹਿੰਦੇ ਵੀ 40% ਲੈ ਲਓ, 60% ਆ ਕੇ ਦੇ ਦਾਂਗੇ। ਸਾਨੂੰ ਤਾਂ ਉਹੀ ਮੈਚ ਤੇ ਅਸੀਂ ਤਾਂ ਬੈਠੇ ਹਾਂ, ਅਸੀਂ ਤਾਂ ਵੀ ਦੁੱਖ ਫਰੋਲਦੇ ਹਾਂ। ਸਾਨੂੰ ਕਿਹਾ ਕੋਈ ਦਬਾਅ ਤਾਂ ਹੈ ਨਹੀਂ ਜੀ ਇਹਦੇ ਵਿੱਚ। ਨਹੀਂ ਕਿਹਾ ਕਿ ਇਹ ਗੱਲਾਂ ਕਰੋ ਜਾਂ ਇਹ ਇਲਜ਼ਾਮ ਲਗਾਉਣ ਦੇ, ਇਹ ਗੱਲਾਂ ਕਿਸੇ ਨੇ ਨਾ, ਨਹੀਂ। ਨਾ, ਸਾਨੂੰ ਕਿਸੇ ਦਾ ਕੋਈ ਦਬਾਅ ਨਹੀਂ, ਨਾ ਸਾਨੂੰ ਕਿਸੇ ਨੇ ਕਿਹਾ ਤੇ ਸਾਨੂੰ ਕਹੂ ਕੌਣ। ਅਸੀਂ ਤਾਂ ਆਪ ਪੈਸੇ ਲੈਣੇ ਸੀ, ਕਿਹੜਾ ਕੋਈ ਠੱਗੀ ਮਾਰਨੀ ਆ। ਪੈਸੇ ਦਿੱਤੇ ਸਾਡੇ, ਆ ਪੈਸੇ ਆਦੇ ਮਿਹਨਤ ਦੇ ਪੈਸੇ ਆ ਜੀ। ਦਿਨ ਰਾਤ ਡਿੱਪਰ ਮਾਰਦੇ ਰਹੇ, ਟਰੱਕ ਚਲਾਉਂਦੇ ਰਹੇ ਆ ਤੇ ਉਧਰੋਂ ਕੋਠੀ ਵੇਚੀ ਸੀ, ਇੱਥੇ ਆ ਕੇ ਪੈਸੇ ਇਹਨੂੰ ਦੇਤੇ ਆ। ਤੇ ਘੱਟੋ ਘੱਟ ਜੀ ਸਾਡਾ ਬਾਪੂ ਵੀ ਟਰੱਕ ਚਲਾਉਂਦਾ ਰਿਹਾ, ਘੱਟੋ ਘੱਟ ਵੀ ਹੋਈ ਜੀ 55 ਦੇ ਇਹ ਟਰੱਕ ਲੈਣ ਚ ਪਏ ਹੋਏ ਆ ਜੀ। ਤੇ ਹੁਣ ਠੰਡ ਵਿੱਚ ਜਾ ਕੇ ਉੱਥੇ ਟਰੱਕ ਹੀ ਸਾਡੇ ਕੋਲੇ, ਉਹ ਵੇਚ ਕੇ ਤੇ ਕੋਠੀ ਵੇਚ ਕੇ ਆ ਕੇ ਪੈਸੇ ਨੂੰ ਰੱਖਤੇ। ਹਾਂਜੀ, ਗੁਰਬਾਣੀ ਦੀਆਂ ਤੁਕਾਂ ਇੱਥੇ ਆ ਕੇ ਸੱਚੀਆਂ ਹੁੰਦੀਆਂ ਨਜ਼ਰ ਆ ਜਾਂਦੀਆਂ। ਭਾਈ ਗੁਰਦਾਸ ਜੀ ਨੇ ਆਖਿਆ ਕਿ ਕੁੱਤਾ ਰਾਜ ਬਿਹਾਲੀ ਹੈ, ਫਿਰ ਚੱਕੀ ਚੱਟਾ ਹੈ। ਤਾਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਅਸੀਂ ਧਰਮ ਦੇ ਆਗੂ ਬਣਾ ਦਿੰਦੇ ਹਾਂ, ਪੰਥਕ ਦੇ ਆਗੂ ਬਣਾ ਦਿੰਦੇ ਹਾਂ ਕਿ ਹਾਂ ਇਹ ਸਾਡੇ ਧਰਮ ਦੀ ਗੱਲ ਇਹ ਕਰਨਗੇ, ਜਾਂ ਸਾਡੇ ਲੋਕਾਂ ਨੂੰ ਸਿੱਧੇ ਪਾਉਣ ਦੀ ਗੱਲ ਇਹ ਕਰਨਗੇ, ਸਿੱਧੇ ਰਾਹਾਂ ਤੇ ਪਾਉਣ ਦੀਆਂ ਗੱਲਾਂ ਇਹ ਕਰਨਗੇ। ਜਦੋਂ ਉਹ ਲੋਕ ਅਜਿਹੀਆਂ ਗੱਲਾਂ ਕਰਦੇ ਨੇ, ਅਜਿਹੀਆਂ ਹਰਕਤਾਂ ਕਰਦੇ ਨੇ, ਜਾਂ ਅਜਿਹੇ ਇਲਜ਼ਾਮ ਉਹਨਾਂ ਤੇ ਲੱਗਦੇ ਨੇ, ਤਾਂ ਯਕੀਨਨ ਆਮ ਲੋਕਾਂ ਦਾ ਧਰਮ ਦੇ ਉੱਤੇ ਵਿਸ਼ਵਾਸ ਹੈ ਜਿਹੜਾ ਉੱਠਣ ਲੱਗ ਜਾਂਦਾ। ਅੱਜ ਦੇ ਦੌਰ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਹਰ ਕੋਈ ਪੰਥ ਦੇ ਉੱਤੇ, ਧਰਮ ਦੇ ਉੱਤੇ ਸਵਾਲੀਆ ਚਿੰਨ੍ਹ ਖੜੇ ਕਰ ਰਿਹਾ, ਤਾਂ ਉਹਨਾਂ ਦੇ ਪਿੱਛੇ ਇਹੀ ਕਾਰਨ ਹੈ ਕਿ ਧਰਮ ਦੇ ਨਾਂ ਤੇ ਲੋਕਾਂ ਦੀ ਲੁੱਟ ਹੀ ਇੰਨੇ ਵੱਡੇ ਪੱਧਰ ਤੇ ਹੋ ਰਹੀ ਹੈ ਕਿ ਲੋਕਾਂ ਦਾ ਧਰਮ ਦੇ ਉੱਤੇ ਵਿਸ਼ਵਾਸ ਹੀ ਉੱਠਦਾ ਜਾ ਰਿਹਾ ਹੈ। ਨਾਸਤਿਕਤਾ ਦੇ ਵਧਣ ਦਾ ਕਾਰਨ ਵੀ ਇਹੀ ਹੈ ਕਿ ਲੋਕ ਹੁਣ ਧਰਮ ਦੇ ਵਿੱਚ ਜਿਉਣਾ ਪਸੰਦ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਧਰਮ ਦੇ ਵਿੱਚ ਸਾਡੀ ਵੱਡੇ ਪੱਧਰ ਤੇ ਲੁੱਟ ਹੋਊਗੀ। ਵਿਸ਼ਵਾਸ ਨਹੀਂ ਰਿਹਾ ਲੋਕਾਂ ਦਾ, ਕਿਉਂਕਿ ਬੜਾ ਸੋਹਣੇ ਢੰਗ ਦੇ ਨਾਲ, ਬੜਾ ਸੋਹਣਾ ਚਿੱਟੇ ਰੰਗ ਦਾ ਚੋਲਾ ਪਾ ਕੇ ਵਾਹਿਗੁਰੂ ਵਾਹਿਗੁਰੂ ਕਰਕੇ ਲੋਕਾਂ ਨੂੰ ਲੁੱਟਿਆ ਜਾਂਦਾ ਹੈ। ਲੋਕ ਅੱਖਾਂ ਮੀਟ ਕੇ ਵਿਸ਼ਵਾਸ ਕਰ ਲੈਂਦੇ ਨੇ ਅਜਿਹੇ ਢੰਗ ਦੇ ਨਾਲ। ਅਜਿਹੀ ਕਲਾਕਾਰੀ, ਮੈਨੂੰ ਲੱਗਦਾ ਕਿ ਵੱਡੇ ਵੱਡੇ ਐਕਟਰ ਬਾਬਿਆਂ ਦੇ ਸਾਹਮਣੇ ਫੇਲ ਹੋ ਜਾਂਦੇ ਨੇ, ਪਰ ਇਹ ਬਾਬਿਆਂ ਦੀ ਜਿਹੜੀਆਂ ਕਲਾਕਾਰੀਆਂ ਨੇ ਉਹ ਬਹੁਤ ਵੱਡੇ ਪੱਧਰ ਤੇ ਨੇ। ਬੜੇ ਸੋਹਣੇ ਢੰਗ ਦੇ ਨਾਲ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ, ਬੜੇ ਸੋਹਣੇ ਢੰਗ ਦੇ ਨਾਲ ਧਰਮ ਦਾ ਉਹਨਾਂ ਨੂੰ ਜਾਲ ਬੁਣ ਕੇ ਧਰਮ ਦੇ ਸਿਮਰਨ ਦੇ ਵਿੱਚ ਲੈ ਕੇ ਕਿ ਅਸੀਂ ਆਹ ਕਰਦੇ ਹਾਂ, ਅਸੀਂ ਉਹ ਕਰਦੇ ਹਾਂ, ਅਸੀਂ ਇੰਨੇ ਚਿਰ ਦਾ ਉਹ ਕਰਦੇ ਹਾਂ, ਸਮਾਧੀਆਂ, ਬਹੁਤ ਗੱਲਾਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ। ਪਰ ਅਸਲੀਅਤ ਹੈ ਜਿਹੜੀ ਉਹ ਪਰਦੇ ਪਿੱਛੇ ਦੀ ਕੁਝ ਹੋਰ ਹੁੰਦੀ ਹੈ। ਸੰਗਤ ਦੇ ਸਾਹਮਣੇ ਕੁਝ ਹੋਰ ਹੁੰਦੇ ਨੇ, ਪਰਦੇ ਪਿੱਛੇ ਕੁਝ ਹੋਰ ਹੁੰਦੇ ਨੇ। ਵੱਡੇ ਵੱਡੇ ਪੂਰੇ ਭਾਰਤ ਦੇ ਵੀ ਵੱਡੇ ਵੱਡੇ ਮਸ਼ਹੂਰ ਬਾਬਿਆਂ ਦੇ ਚਰਚੇ ਸਾਡੇ ਸਾਹਮਣੇ ਆਉਂਦੇ ਰਹੇ ਨੇ ਕਿ ਇਹਨਾਂ ਦੇ ਡੇਰਿਆਂ ਦੇ ਵਿੱਚ ਕੀ ਕੁਝ ਹੁੰਦਾ। ਇਕੱਲੇ ਸਿੱਖ ਕੌਮ ਦੇ ਨਹੀਂ, ਪੂਰੇ ਭਾਰਤ ਦੇ ਜਿੰਨੇ ਵੀ, ਪੂਰੇ ਦੁਨੀਆ ਦੇ ਵਿੱਚ ਜਿੰਨੇ ਵੀ ਧਰਮ ਦੇ ਨਾਮ ਤੇ ਜਿਹੜੇ ਡੇਰੇ ਨੇ, ਉਹਨਾਂ ਦੇ ਵਿੱਚ ਅਸਲ ਦੇ ਵਿੱਚ ਕੀ ਕੁਝ ਹੁੰਦਾ, ਉਹ ਸੱਚਾਈਆਂ ਸਾਡੇ ਸਾਹਮਣੇ ਆਉਂਦੀਆਂ ਰਹੀਆਂ ਨੇ ਕਿ ਬਲਤਕਾਰ ਤੋਂ ਲੈ ਕੇ ਕਤਲਾਂ ਤੱਕ ਇਹਨਾਂ ਡੇਰਿਆਂ ਦੇ ਵਿੱਚ ਹੋ ਜਾਂਦੇ ਨੇ। ਤਾਂ ਜ਼ਰੂਰ ਸਿਸਟਮ ਨੂੰ, ਪ੍ਰਸ਼ਾਸਨ ਨੂੰ, ਸਾਡੇ ਲੋਕਾਂ ਨੂੰ ਜਾਗਣ ਦੀ ਜ਼ਰੂਰਤ ਹੈ, ਕਿਉਂਕਿ ਡੇਰਾਵਾਦ ਪੰਜਾਬ ਦੀਆਂ ਜੜ੍ਹਾਂ ਦੇ ਵਿੱਚ ਬਹਿ ਗਿਆ। ਪੰਜਾਬ ਨੂੰ ਡੇਰਾਵਾਦ ਨੇ ਖਾਤਮੇ ਦੇ ਕੰਢੇ ਤੇ ਲਿਆ ਕੇ ਖੜਾ ਕਰ ਦਿੱਤਾ। ਤਾਂ ਪੰਜਾਬੀਆਂ ਨੂੰ ਸੋਚਣਾ ਪਵੇਗਾ ਕਿ ਧਰਮ ਦੀ ਗੱਲ ਜਿਹੜੀ ਹੈ ਉਹ ਇਹਨਾਂ ਨੇ ਬਾਬਿਆਂ ਤੋਂ ਸਿੱਖਣੀ ਹੈ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਣੀ ਹੈ। ਇਹ ਗੱਲ ਉੱਤੇ ਪੜਚੋਲ ਹੈ ਜਿਹੜੀ ਪੰਜਾਬੀਆਂ ਨੂੰ ਬੜੀ ਕਰਨੀ ਪਊਗੀ। ਡੇਰਾਵਾਦ ਦੇ ਜੜ੍ਹਾਂ ਚੋਂ ਜਿਹੜਾ ਨਿਕਲਣਾ ਪਊਗਾ ਪੰਜਾਬ ਨੂੰ ਬਚਾਉਣ ਦੇ ਲਈ, ਤਾਂ ਜੋ ਆਮ ਲੋਕ ਨੇ, ਜਿਵੇਂ ਬਜ਼ੁਰਗਾਂ ਦੇ ਨਾਲ ਨਾ ਇਨਸਾਫੀ ਹੋਈ ਹੈ, ਲੋਕਾਂ ਦੇ ਨਾਲ ਨਾ ਇਨਸਾਫੀ ਨਾ ਹੋਵੇ। ਉਮੀਦ ਕਰਦੇ ਹਾਂ ਕਿ ਇਹਨਾਂ ਨੂੰ ਇਨਸਾਫ ਮਿਲੇਗਾ। ਤੁਸੀਂ ਦੇਖ ਰਹੇ ਹੋ KTV UK। ਮੈਂ ਅਮਨਦੀਪ ਸਿੰਘ, ਕੈਮਰਾਮੈਨ ਸਹਿਯੋਗੀ ਸਿਮਰਤਪਾਲ ਸਿੰਘ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।